ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਪਿਤਾ ਜੀ ਬਹੁਤ ਜ਼ਿਆਦਾ ਸੰਗਤਾਂ ਨੇ ਕੁਐਸਚਨ ਇਹ ਪੁੱਛਿਆ ਹੈ, ਜਿਹੜੇ ਆਪਣੇ ਸਰੀਰ ਤੇ ਕੇਸ ਦਾੜੀ ਉਹ ਕਿੰਨੀ ਜ਼ਰੂਰਤ ਹੈ, ਉਹ ਕਾਹਦੇ ਵਾਸਤੇ ਕਿੰਨੀ ਜ਼ਰੂਰਤ ਆ। ਮਤਲਬ ਜਿਹੜਾ ਸਾਡਾ ਬਾਣੀ ਨਹੀਂ ਦਾ ਜਵਾਬ ਹੈ। ਸਭ ਤੋਂ ਪਹਿਲਾਂ ਤੇ ਗੁਰੂ ਅਰਜਨ ਪਾਤਸ਼ਾਹ ਦੇ ਇੱਕ ਸ਼ਬਦ ਹੈ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਉਹਦੇ 'ਚ ਅਗਲੀ ਲਾਈਨ 'ਚ ਹਦੀਸ ਦਾ ਨਾਂ ਆਉਂਦਾ। ਹਦੀਸ ਹੈ ਮੁਸਲਮਾਨਾਂ ਦੇ ਰਹਿਤਨਾਮਿਆਂ ਦੀ ਕਿਤਾਬ। ਔਰ ਫਿਰ ਉੱਥੋਂ ਬਾਅਦ ਇਹ ਚੀਜ਼ ਆਉਂਦੀ ਹੈ, ਸਾਬਤ ਸੂਰਤ ਦਸਤਾਰ। ਸਿਰਾ ਨਹੀਂ ਆ ਉੱਥੇ, ਦਸਤਾਰ ਸਰਾ। ਇਹ ਲਾਈਨ ਇੱਕ ਬਾਣੀ 'ਚ ਐਸੀ ਆਉਂਦੀ ਹੈ ਗੁਰੂ ਅਰਜਨ ਪਾਤਸ਼ਾਹ ਦੀ, ਜਿਹਦੇ 'ਚ ਸਾਫਦਾਰ ਔਰ ਸਾਰਾ ਸ਼ਬਦ ਬੜਾ ਕਮਾਲ ਦਾ, ਉਹਦੇ 'ਚ ਸਾਰਾ ਹੀ ਬਾਹਰਲਾ ਭੇਖ ਕੱਟਿਆ ਮੁਸਲਮਾਨਾਂ ਦਾ। ਔਰ ਇਹਦਾ ਮਤਲਬ ਅਸਲ ਇਹ ਹੈ ਕਿ ਮੁਗਲਾਂ ਦੇ ਰਾਜ ਦੇ ਵਿੱਚ ਜਿਹੜਾ ਇੱਕ ਰੈਂਕ ਸੀ ਦਰਬਾਰ ਦੇ ਵਿੱਚ, ਜਿਹੜਾ ਦਸਤਾਰ ਇੱਕ ਹੁੰਦੀ ਸੀ, ਕੁੱਲਾ, ਉਹਦੇ ਆਲੇ ਦੁਆਲੇ ਪਗੜੀ ਬੰਨ੍ਹੀ ਔਰ ਉਹਦਾ ਬੜੀ ਉੱਚੀ ਥਾਂ 'ਤੇ ਉਹ ਰੱਖਿਆ ਹੁੰਦਾ ਸੀ। ਉਹ ਐਸਾ ਰੈਂਕ ਸੀ ਵੀ ਜਿਹੜਾ ਕਿਸੇ ਬਹਾਦਰ ਜਾਂ ਕਿਸੇ ਨੂੰ ਉਹ ਦਰਬਾਰੀ ਨੂੰ ਮਿਲਦਾ ਸੀ, ਜਿਹਨੂੰ ਫਿਰ ਉਹ ਪਗੜੀ ਅਤੇ ਕੁੱਲਾ ਮਿਲ ਜਾਂਦਾ ਸੀ ਆਪਣੇ ਉੱਤੇ ਰੱਖ ਕੇ ਸਿਰ ਦੇ ਉੱਤੇ, ਉਹਨੂੰ ਨਾਲ ਉਹਦਾ ਵਜ਼ੀਫਾ ਮਿਲਦਾ ਸੀ। ਇੰਨੇ ਪੈਸੇ ਉਹਦੇ ਨਾਲ ਜਾਇਦਾਦ ਹੁੰਦੀ ਸੀ। ਔਰ ਉਹ ਜਿਹੜਾ ਸਰਦਾਰ ਸੀ ਉਹ ਦਸਤਾਰ ਸਰਾ। ਅਸੀਂ ਜੇ ਮੁਸਲਮਾਨਾਂ ਦੀ ਹੁਣ ਦੀ ਹਿਸਟਰੀ ਦੇਖੀਏ ਕਿ ਜਿੰਨੇ ਵੀ ਆ ਸਾਡੇ ਸਾਰੇ ਅੱਤਵਾਦੀ, ਜਿੰਨੇ ਵੀ ਮੁਸਲਮਾਨਾਂ ਦੇ ਵਿੱਚ ਸਾਰੇ ਹੋਏ ਨੇ ਕੱਟੜ ਲੋਕ ਜਾਂ ਸਾਰੇ ਮੌਲਵੀ, ਸਾਰੇ ਇਹ ਸਿਰ 'ਤੇ ਪਗੜੀਆਂ ਰੱਖਦੇ ਸੀ। ਔਰ ਉਹ ਜਿਹੜਾ ਦਸਤਾਰ ਸਰਾ ਰੈਂਕ ਹੈ ਨਾ, ਸਭ ਤੋਂ ਵੱਡੀ ਇਹ ਜਿਹੜੀ ਮਿਸਾਲ ਦਿੰਦੇ ਗੁਰਬਾਣੀ ਦੇ ਅੱਜ ਕੱਲ੍ਹ ਸਾਰੇ ਕੇਸਾਂ ਵਾਲੀ, ਉਹ ਸਾਰੇ ਜਿਹੜੇ ਵੱਡੇ ਵੱਡੇ ਲੋਕ ਜਾਂ ਕੱਟੜ ਲੋਕ ਹੈ ਜ਼ਿਆਦਾ, ਜਿਹਨਾਂ ਨੂੰ ਬਾਣੀ ਦਾ ਲਿਟਲ ਨੌਲੇਜ ਹੈ, ਬਾਣੀ ਦਾ ਜਿਹੜਾ ਥੋੜ੍ਹਾ ਜਿਹਾ ਨੌਲੇਜ ਲੈ ਕੇ ਕਿਸੇ ਨੂੰ ਚੀਜ਼ ਦੱਸਣੀ ਭਈ ਦੇਖੋ ਜੀ ਦਸਤਾਰ ਸਿਰਾ ਵੀ ਸਿਰ ਦੇ ਉੱਤੇ ਕੇਸ 'ਤੇ ਦਸਤਾਰ ਹੋਣੀ ਚਾਹੀਦੀ। ਨਹੀਂ, ਦਸਤਾਰ ਹੋਵੇ ਨਾ ਹੋਵੇ ਪਰ ਸਾਬਤ ਸੂਰਤ ਹੋਵੇ। ਸਾਬਤ ਸੂਰਤ ਹੈ ਵੀ ਜਿਸ ਤਰ੍ਹਾਂ ਅਸੀਂ ਪੈਦਾ ਹੁੰਦੇ ਹਾਂ, ਬੱਚਾ ਮਾਂ ਦੇ ਪੇਟ 'ਚੋਂ, ਉਹ ਜਿਹੜਾ ਬੱਚਾ ਜਿਸ ਤਰ੍ਹਾਂ ਦਾ ਹੈ ਉਹਦਾ ਕੋਈ ਅੰਗ ਨਾ ਖਰਾਬ ਕੀਤਾ ਜਾਏ ਔਰ ਚਾਈਲਡ ਅਬਿਊਜ਼ ਨਾ ਹੋਵੇ ਉਹਦੇ ਨਾਲ, ਵੱਡਾ ਹੋ ਕੇ ਜੋ ਮਰਜ਼ੀ ਕਰ ਲਵੇ। ਜਿੱਦਾਂ ਨੈਚੁਰਲ ਬੱਚੇ ਪੈਦਾ ਹੁੰਦੇ ਆ, ਉਹਨਾਂ ਦੇ ਸਿਰ 'ਤੇ ਵਾਲ ਹੁੰਦੇ, ਔਰ ਜੇ ਬੱਚਾ ਮੁਸਲਮਾਨਾਂ ਦੀ ਜਿਹੜੀ ਹਦੀਸ ਦੀ ਕਿਤਾਬ ਹੈ ਜਾਂ ਸ਼ਰਅ 'ਚ ਜਿੱਥੇ ਲਿਖਦੇ ਉਹ ਆਇਆ ਬਾਣੀ ਦੇ ਵਿੱਚ, ਉਹ ਹਦੀਸ ਉਹਨਾਂ ਦੀ ਸ਼ਰਅ ਦੀ ਕਿਤਾਬ ਆ, ਉਹਦੇ 'ਚ ਲਿਖਿਆ ਵੀ ਮੁਸਲਮਾਨ ਜੋ ਹੋਵੇ ਉਹ ਸੁੰਨਤ ਕਰਾਵੇ। ਸੁੰਨਤ ਦਾ ਅੰਗਰੇਜ਼ੀ 'ਚ ਲਫ਼ਜ਼ ਮੈਨੂੰ ਪਤਾ ਨਹੀਂ, ਯਾਦ ਸੀ, ਭੁੱਲ ਗਿਆ ਵੀ ਉਹ ਸੁੰਨਤ। ਬੱਚਾ ਜਦੋਂ 3-4 ਸਾਲ ਦਾ ਹੀ ਹੁੰਦਾ ਅਤੇ ਉਹਦੀ ਇੰਦਰੀ ਕੱਟ ਕੇ ਉੱਤੇ ਪੱਟੀਆਂ ਬੰਨ੍ਹ ਦਿੰਦੇ, ਖੂਨ ਚੱਲਦਾ ਸਾਰਾ। ਇਹ ਮੁਸਲਮਾਨਾਂ ਦੇ ਸਾਰਿਆਂ ਦੇ ਇਹ ਖਤਨੇ ਹੁੰਦੇ। ਬਾਣੀ ਸਾਡੀ ਕਹਿੰਦੀ ਕਿ ਜਿੱਦਾਂ ਦਾ ਬੱਚਾ ਪੈਦਾ ਹੋਇਆ ਕਿਉਂ ਸ਼ਕਲ ਵਿਗਾੜਦੇ। ਹੁਣ ਤਾਂ ਡਾਕਟਰਾਂ ਨੇ ਵੀ ਕਹਿ ਦਿੱਤਾ ਵੀ ਅੱਗੇ ਜਿਹੜਾ ਮਾਸ ਕੱਢਦੇ ਬੱਚਿਆਂ ਦਾ ਅਮਰੀਕਾ ਦੇ ਵਿੱਚ, ਕਹਿੰਦੇ ਵੀ ਇਹ ਮੈਡੀਕਲੀ ਠੀਕ ਨਹੀਂ ਹੈ। ਇਸ ਕਰਕੇ ਜਿਹੜਾ ਖਤਨੇ ਕਰਨੇ ਬੱਚੇ ਦੇ, ਔਰ ਹਿੰਦੂਆਂ ਦੇ ਰਿਵਾਜ ਹੈ ਵੀ ਮੁੰਡਾ ਜਦੋਂ 4-5 ਸਾਲ ਦਾ ਜਾਂ 3 ਸਾਲ ਦਾ ਹੋ ਜਾਂਦਾ, ਉਹਦੀ ਇੱਕ ਰਸਮ ਮਨਾਉਂਦੇ ਬੜੀ ਭਾਰੀ, ਬੜਾ ਦਰਸ਼ਨ ਕਰਦੇ, ਮਾਰ ਸਾਰੇ ਤੰਬੂ ਲਾਦੇ, ਦੁਨੀਆ ਇਨਵਾਈਟ ਕਰਦੇ, ਉਹਨੂੰ ਕਹਿੰਦੇ ਮੁੰਡਣ ਦੀ ਰਸਮ। ਉਹ ਬੱਚਾ ਰੋਂਦਾ
ਚੀਕਦਾ, ਲੇਕਿਨ ਉਹਦਾ ਜਿਹੜੇ ਕੇਸ ਆ ਉਤਾਰ ਦਿੱਤੇ ਜਾਂਦੇ ਹਨ, ਮੁੰਡਣ ਕਰ। ਇਹ ਜਿਹੜੀਆਂ ਦੋ ਚੀਜ਼ਾਂ ਸੀ ਨਾ, ਇਸ ਸ਼ਬਦ ਨਾਲ ਗੁਰੂ ਅਰਜਨ ਪਾਤਸ਼ਾਹ ਨਾਲ ਬੜੀ ਬਾਣੀ 'ਚ ਚੀਜ਼ਾਂ ਤਾਂ ਕੱਟੀਆਂ ਹੈ ਭਈ ਬੱਚੇ ਦਾ ਸਿਰ ਮੁੰਨ ਸਿੱਟਣਾ, ਐਨ ਪਤਰਾ ਕਰ ਸਿੱਟਦੇ ਫੜ ਕੇ, ਉਹ ਰੋਂਦਾ, ਨਾ ਹੀ ਉਹਨੂੰ ਮੁੰਨਦਾ ਤੇ ਉਹ ਰੋਂਦਾ, ਔਰ ਉਧਰੋਂ ਖੁਸ਼ੀਆਂ ਕਰਦੇ, ਉਧਰੋਂ ਖਤਨੇ ਮਾਰ ਉਦਣ ਦੇ ਗਾਂ ਚਾੜਦੇ ਵੀ ਹਾਂ ਖਤਨੇ ਅੱਗੇ। ਲੇਕਿਨ ਬੱਚਾ ਪੱਟੀਆਂ ਬਣਾ ਕੇ ਸਾਰਾ ਕੋਈ, ਮਤਲਬ ਉਹ ਨੈਚੁਰਲ ਚੀਜ਼ ਨੂੰ ਖਰਾਬ ਕਰਨਾ, ਉਹਨੂੰ ਕਹਿੰਦੇ ਖਤਨੇ, ਉਹਨੂੰ ਕਹਿੰਦੇ ਮੁੰਡਣ। ਸਾਡੀ ਉਸ ਬਾਣੀ ਦਾ ਮਤਲਬ ਹੈ ਵੀ ਮੁੰਡਣ ਨਾ ਕਰਾਵੇ ਔਰ ਖਤਨੇ ਨਾ ਕੋ ਕਰਾਵੇ, ਔਰ 10 ਗੁਰੂਆਂ ਦੇ ਸਿਰ ਦੇ ਉੱਤੇ ਕੇਸ, ਔਰ ਉੱਥੋਂ ਬਾਅਦ ਬਾਹਮਣਾਂ ਦੀ ਵੀ ਦਾੜੀ ਕੇਸ ਹੁੰਦੇ ਸੀ। ਬਾਣੀ ਚਾਹੁੰਦਾ ਸਾਰਾ ਪੜ੍ਹ ਕੇ ਥੁੱਕ ਪਵੇ ਨਿਤ ਦਾੜੀ, ਵੀ ਬਾਹਮਣ ਇੰਨਾ ਖਾ। ਜਿਹੜਾ ਇਹ ਰਿਵਾਜ ਤੋਂ ਰਿਹਾ ਨਾ, ਅਸੀਂ ਬਾਣੀ ਦੇ ਰਾਹੀਂ ਹੱਲ ਕਰਨ ਲੱਗੇ ਇਹਨੂੰ ਗਲਤ ਜਵਾਬ ਦੇ ਦਿੰਦੇ ਹਾਂ। ਜੀ ਦੇਖੋ ਦਸਤਾਰ ਸਰਾ, ਸਿਰ 'ਤੇ ਕੇਸਦਾਰ ਦਸਤਾਰ ਸਰਾ, ਜਿਹਨੇ ਪੱਗ ਬੱਧੀ ਹੋਵੇ, ਉਸ 'ਚ ਅਸਲ 'ਚ ਉਸ 'ਚ ਇਹ ਕਹਿੰਦੇ ਵੀ ਉਸ ਦਸਤਾਰ ਸਜਾਉਣ ਦਾ ਕੀ ਫਾਇਦਾ ਜੇ ਵਿੱਚ ਕੇਸ ਹੈ ਨਹੀਂ। ਤੇ ਉਹ ਦਸਤਾਰ ਸਿਰਾ ਕਹਿੰਦੇ ਆ। ਅਸੀਂ ਉਹਦੇ ਵਿੱਚ ਬਾਣੀ 'ਚ ਸਾਰੇ ਪਿਛਲੇ ਕਾਫੀ ਚੱਲਦੇ, ਦਸਤਾਰ ਸਰਾ ਹੋ ਜਰਾ ਕਬੂਲ ਦਰਾ, ਸਾਰੇ ਜਿੰਨੇ ਉਸ ਬਾਣੀ ਪਿਛਲੇ ਲਫ਼ਜ਼ ਆਉਂਦੇ। ਇਹਦਾ ਮੈਂ ਨਾ ਕਿਸੇ ਨਾਲ ਅੱਜ ਸਿੱਧਾ ਨਹੀਂ, ਮੈਨੂੰ ਧਿਆਨ ਨਾਲ ਦੇਖਿਆ ਸ਼ਬਦ ਨੂੰ, ਸਿੱਧਾ ਹੀ ਦਸਤਾਰ ਸਿਰਾ ਜੀ, ਵੀ ਦਸਤਾਰ ਸਿਰ 'ਤੇ ਹੋਵੇ, ਦਾੜੀ ਮੁੱਛ ਹੋਵੇ ਔਰ ਕੇਸ ਹੋਣ। ਸਾਡੀ ਬਾਣੀ ਕਹਿੰਦੀ ਵੀ ਪਗੜੀ ਭਾਵੇਂ ਹੋਵੇ ਨਾ ਹੋਵੇ, ਪਰ ਸਾਬਤ ਸੂਰਤ ਹੋਵੇ, ਅੰਦਰੋਂ ਜੇ ਬਾਲ ਮੁੰਨੇ ਉੱਤੋਂ ਪਗੜੀ ਰੱਖ ਲਈ, ਅੰਦਰ ਕੇਸ ਹੈ ਨਹੀਂ, ਉਸ ਜ਼ਿਆਦਾ ਸਖਤ ਮਨਾ। ਇਹ ਜਿਹੜੇ ਮੁਸਲਮਾਨਾਂ 'ਚ ਰਿਵਾਜ ਆ, ਉਹ ਕੁੱਲਾ ਉਹਨਾਂ ਨੂੰ ਮਿਲ ਜਾਂਦਾ ਸੀ, ਦਸਤਾਰਾਂ ਬੰਨ੍ਹਦੇ ਸੀ, ਪਰ ਇਹਨਾਂ ਦੇ ਬਾਲ ਮੁੰਨਣ ਦੀ ਬੜੀ ਭੈੜੀ ਆਦਤ ਸੀ। ਇਹਨਾਂ ਦੀ ਹਦੀਸ 'ਚ ਲਿਖਿਆ ਕਿ ਕੱਛਾਂ ਦੇ ਇੰਨੇ ਕੁ ਬਾਲ ਮੁੰਨੋ, ਦਾੜੀ ਐਡੀ ਕੇ ਰੱਖੋ, ਬਹੁਤੀ ਨਾ ਰੱਖੋ, ਕੈਂਚੀ, ਇਹ ਸਾਰੀਆਂ ਚੀਜ਼ਾਂ ਇਹ ਤੋਰੇ ਸਾਡੇ, ਇਹ ਚੀਜ਼ਾਂ ਨਹੀਂ ਸੀ ਪਹਿਲਾਂ। ਫਿਰ ਲਾਰਡ ਕਰਜ਼ਨ ਆਇਆ ਹਿੰਦੁਸਤਾਨ 'ਚ, ਗਵਰਨਰ ਜਨਰਲ, ਉਦੋਂ ਤੋਂ ਇਹ ਫਿਰ ਫੈਸ਼ਨ ਹੀ ਕਰਜ਼ਨ ਫੈਸ਼ਨ ਆ, ਅੰਗਰੇਜ਼ਾਂ ਨਾਲ ਵੀ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ, ਸਾਰਾ ਸਫਾ ਚੱਟ ਮੂੰਹ ਨੈਣ ਸਾਰਾ। ਇਹ ਮਤਲਬ ਜਿਉਂ ਹੁਕੂਮਤ ਸਾਡੇ 'ਤੇ ਆਉਂਦੀ ਗਈ ਉਹਦਾ ਅਸਰ ਪੈਂਦਾ ਗਿਆ। ਲਾਰਡ ਕਰਜ਼ਨ ਫੈਸ਼ਨ ਨਾਲ ਫਿਰ ਦਾੜੀਆਂ ਵੀ ਉੱਡ ਗਈਆਂ। ਪਹਿਲਾਂ ਅੰਗਰੇਜ਼ਾਂ ਦੇ ਵੀ ਦਾੜੀਆਂ। ਮਹਾਰਾਜਾ ਰਣਜੀਤ ਸਿੰਘ ਦੀ ਭਾਈ ਸਾਹਿਬ ਜੀ ਮਸ਼ਹੂਰ ਚੀਜ਼, ਸਭ ਤੋਂ ਵੱਡਾ ਉਹਦੀ ਦੇਣ ਸੀ ਕਿ ਫਰਾਂਸੀਸੀ ਉਹਨੇ ਜਰਨੈਲ ਰੱਖੇ ਸੀ ਤੋਪਖਾਨੇ ਦੇ, ਔਰ ਕਿਉਂਕਿ ਅੰਗਰੇਜ਼ਾਂ ਨਾਲ ਅੰਗਰੇਜ਼ ਸੀ ਦੂਸਰੇ ਬੰਨੇ, ਔਰ ਉਹਨੇ ਸਾਰਿਆਂ ਨੂੰ ਹੁਕਮ ਦਿੱਤਾ ਸੀ ਕਿ ਕੋਈ ਵੀ ਮੇਰੇ ਅੰਡਰ ਜਿਹੜਾ ਭਾਵੇਂ ਫਰਾਂਸੀਸੀ ਆ, ਵਿਦੇਸ਼ੀ ਫਰੰਗੀ ਨੌਕਰ ਹੈ, ਸਾਰਿਆਂ ਨੂੰ ਦਾੜੀ ਜ਼ਰੂਰ ਰੱਖਣੀ ਪੈਣੀ, ਉੱਤੇ ਭਾਵੇਂ ਜੋ ਮਰਜ਼ੀ ਰੱਖੋ ਪਰ ਦਾੜੀ ਪੂਰੀ ਹੋਵੇ। ਹੁਣ ਸ਼ੌਕ ਸੀ, ਲੇਕਿਨ ਉਹ ਦਾੜੀਆਂ ਸਾਰਿਆਂ ਦੇ ਸੀ। ਔਰ ਬਲਕਿ ਇੱਥੇ ਤੱਕ ਕਿ ਹਿੰਦੂ ਵੀ ਜਿਹੜੇ ਦਰਬਾਰ 'ਚ ਆਉਂਦੇ ਸੀ, ਰਤਨ ਚੰਦ ਦਾੜੀ ਵਾਲੇ ਦੀ ਹੱਡੀ ਫੋਟੋ ਲਾਹੌਰ ਕਿਲ੍ਹੇ 'ਚ ਲੱਗੀ ਹੈ, ਔਰ ਆਮ ਅਜਾਇਬ ਘਰਾਂ 'ਚ ਵੀ ਮਿਲ ਜਾਂਦੀ ਹੈ। ਉਹਨੂੰ ਰਤਨ ਚੰਦ ਐਡਾ ਹਿੰਦੂ ਸੀ, ਭਾਵੇਂ ਉੱਤੇ ਬਾਲ ਨਹੀਂ ਸੀ ਰੱਖੇ, ਪਰ ਉਹ ਵੀ ਦਰਬਾਰ 'ਚ ਜਦੋਂ ਆਉਂਦਾ ਸੀ ਪਗੜੀ ਬੰਨ੍ਹ ਕੇ ਤੇ ਨਾਲ ਦਾੜੀ ਸੀ ਬੜੀ ਸੋਹਣੀ। ਔਰ ਮਹਾਰਾਜਾ ਰਣਜੀਤ ਸਿੰਘ ਨਾਲ ਉਹਨੂੰ ਦਹੀਂ ਨਹੀਂ, ਹੋਰ ਖਰਚੇ ਨਹੀਂ, ਖਰੇ ਕਿੰਨੇ ਸੌ ਰੁਪਈਆ ਮਹੀਨੇ ਦਾ, ਉਹ ਰਤਨ ਚੰਦ ਦਾੜੀ ਵਾਲੇ ਨੂੰ ਮਿਲਦਾ। ਇਹ ਹੁਣੇ ਜਿਹੜਾ ਜਨਰਲ ਰਿਵਾਜ ਹੈ, ਜਦੋਂ ਅੰਗਰੇਜ਼ ਆਏ ਉਹ ਕਰਜ਼ਨ ਫੈਸ਼ਨ ਸ਼ੁਰੂ ਹੋ ਗਿਆ ਵੀ ਚਲੋ ਇਹਦੀ ਕੀ ਜ਼ਰੂਰਤ ਹੈ। ਲੇਕਿਨ ਅਸੀਂ ਸੁਪਨਾ ਵੀ ਨਹੀਂ ਲੈ ਸਕਦੇ ਵੀ ਕਿਸੇ ਗੁਰੂ ਦੇ ਕੇਸ ਜਾਂ 4 ਸਾਹਿਬਜ਼ਾਦਿਆਂ ਦੇ ਕੇਸ। ਇਹ ਸਵਾਲ ਜਿਹੜੇ ਉੱਠਦੇ ਹੈ ਨਾ, ਇਹ ਅੱਜ ਕੱਲ੍ਹ ਤਾਂ ਉੱਠਦੇ ਆ ਵੀ ਉਹਨਾਂ ਨੂੰ ਬਾਣੀ ਦਾ ਨੌਲੇਜ ਨਹੀਂ ਹੈ, ਨਾ ਪਿਛਲੀ ਸਾਡੀ ਸਭਿਅਤਾ ਦਾ, ਨਾ ਉਹਨਾਂ ਨੂੰ ਪਤਾ ਵੀ ਕਦੀ 5 ਪਿਆਰਿਆਂ 'ਚ ਕੋ ਮੋਨਾ ਲਿਆ। ਪਹਿਲਾਂ ਤਾਂ ਮੂੰਹ ਤੋੜ ਜਵਾਬ ਉਹਨਾਂ ਦਾ ਇਹ ਉਹਨਾਂ ਨੂੰ ਦੇਣਾ ਚਾਹੀਦਾ ਵੀ ਕਲਗੀਧਰ ਨੂੰ 5 ਪਿਆਰੇ, ਸਾਨੂੰ ਅੰਮ੍ਰਿਤ ਛਕਾਉਣ ਵਾਲੇ ਸਾਰੇ, ਉਹਨਾਂ 'ਚ ਕਦੀ ਕੋਈ ਕਿਸੇ ਨਾਲ ਮੁੰਨੀ ਸੀ?
कभी खाबो ख्याल नहीं आ सकता। ਜਿਹੜਾ ਸਵਾਲ ਕੱਢਦਾ ਉਹਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਸਾਡੇ ਪੰਜ ਪਿਆਰੇ ਵੀ ਕਦੀ ਤੁਸੀਂ ਹੁਣ ਵੀ ਸੋਚ ਸਕਦੇ ਵੀ ਉਹ ਮੋਨੇ ਨੇ। ਅਸੀਂ ਇਹ ਨਹੀਂ ਕਹਿੰਦੇ, ਸਾਡੀ ਬਾਣੀ ਇਹ ਕਹਿੰਦੀ ਹੈ, ਗੁਰੂ ਦਸਮ ਪਾਤਸ਼ਾਹ ਆਪ ਕਹਿੰਦੇ ਹੈ ਵੀ ਜੇ ਕੇਸਾਂ ਨਾਲ ਹੀ ਸਿੱਖੀ ਹੈ ਵੀ ਉਹ ਕੇਸ ਧਰੇ ਨਾ ਮਿਲੇ ਹਰ ਪਿਆਰੇ। ਜੇ ਤੂੰ ਸਮਝਦਾ ਵੀ ਮੈਂ ਕੇਸ ਹੀ ਦਾੜੀ ਰੱਖ ਕੇ ਬਾਕੀ ਮੈਂ ਸਿੱਖੀ ਦਾ ਕੋਈ ਕੰਮ ਨਾ ਕਰਾਂ ਤੇ ਮੈਂ ਰੱਬ ਨੂੰ ਮਿਲ ਲਾਂਗਾ, ਕਦੀ ਨਹੀਂ। ਦਸਮ ਪਾਤਸ਼ਾਹ ਵੀ ਇਸੇ ਖਿਆਲ ਦੇ ਹੱਕ 'ਚ ਹੈ ਵੀ ਬਾਹਰ ਨਾਲ ਨਹੀਂ ਦੇਖਣ ਜਿਹੜੀ ਚੀਜ਼ ਬਾਣੀ 'ਚ ਲਿਖੀ ਆ ਸਾਬਤ ਸੂਰਤ, ਇਸ ਕਰਕੇ ਲਿਖੀ ਹੈ ਵੀ ਸਾਬਤ ਸੂਰਤ ਦਸਤਾਰ ਸਰਾ ਰੈਂਕ ਸੀ। ਉਹ ਕੁੱਲਾ ਉੱਤੇ ਪਾ ਲੈਂਦੇ ਸੀ, ਅੰਦਰੋਂ ਬਾਹਰ ਮੁੰਨੇ ਹੁੰਦੇ ਸੀ। ਅੱਜ ਕੱਲ੍ਹ ਜਿੰਨੇ ਨਵੇਂ ਸਿੱਖ ਸਾਰੇ ਵਿਚਾਰੇ ਗੁਰਦੁਆਰੇ ਜਾਣ ਲੱਗੇ ਪਗੜੀ ਸਜਾ ਲੈਂਦੇ ਨੇ ਅਤੇ ਅੰਦਰੋਂ ਦਾੜੀ ਮੁੰਨੀ ਹੁੰਦੀ। ਕੀ ਮਤਲਬ? ਉਹ ਦਸਤਾਰ ਸਰਾਬ ਹੈ, ਦਸਤਾਰ ਸਿਰਾ ਨਹੀਂ ਹੈ, ਸਿਰ 'ਤੇ ਨਹੀਂ ਹੈ। ਇਸ ਕਰਕੇ ਜਿਹੜਾ ਦਸਤਾਰ ਸਰਾ ਲਫ਼ਜ਼ ਬਾਣੀ 'ਚ ਆ ਜਾਣਾ ਔਰ ਉੱਥੋਂ ਬਾਅਦ ਭਾਈ ਸਾਹਿਬ ਜੀ ਇਹ ਸਾਰੀ ਚੀਜ਼ ਜਿਹੜੀ ਹੈ ਵੀ ਕੇਸ ਧਰੇ ਨਾ ਮਿਲੇ ਹਰ ਪਿਆਰੇ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਸੇ ਹੱਕ 'ਚ ਹੈ ਵੀ ਉਹ ਸਿੱਖ ਕਹੋ ਭੇਖੀ ਸਿੱਖ ਹੈ। ਉੱਤੋਂ ਸਿੱਖਾਂ ਵਾਲਾ ਵੇਸ ਬਣਾ ਲਿਆ। ਭੇਖੀ ਕਿਹਨੂੰ ਕਹਿੰਦੇ? ਵੀ ਸਿੱਖਾਂ ਵਾਲਾ ਵੇਸ ਬਣਾ ਲਿਆ ਪਰ ਅੰਦਰੋਂ ਸਿੱਖ ਨਹੀਂ ਹੈ। ਸਿੱਖ ਦੀ ਨਿਸ਼ਾਨੀ ਤੇ ਹੈ ਨਾ ਵੀ ਸਾਬਤ ਸੂਰਤ ਰਹੇ ਸਾਰੀ ਉਮਰ। ਹੁਣ ਅਸੀਂ ਇੱਕੋ ਮਿਸਾਲ ਦਿੰਦੇ ਹਾਂ ਇਹਦੀ ਵੀ ਕਿੱਡੀ ਵੱਡੀ ਖੋਪਰੀ ਲਾਹ ਕੇ ਹੱਥ 'ਚ ਫੜੀ ਹੈ ਜਲਾਦ ਨੇ ਔਰ ਭਾਈ ਤਾਰੂ ਸਿੰਘ ਬੈਠਾ, ਉਹਦਾ ਉੱਤੋਂ ਖੋਪਰਾ ਉੱਡ ਗਿਆ ਲੇਕਿਨ ਜੂੜਾ ਹੱਥ 'ਚ ਉਹਦੇ 'ਚ ਸਾਰਾ, ਲੇਕਿਨ ਉਹਨੇ ਕੇਸ ਨਹੀਂ ਭਰੇ ਜਾਣ। ਕਿੱਡੀ ਵੱਡੀ ਗੱਲ। ਜਿਹੜੇ ਕਹਿੰਦੇ ਆ ਵੀ ਕੇਸ ਜ਼ਰੂਰੀ ਹੋ, ਅਸੀਂ ਕਹਿੰਦੇ ਹਾਂ ਜ਼ਰੂਰੀ ਨਹੀਂ, ਸਾਬਤ ਸੂਰਤ ਜ਼ਰੂਰੀ ਹੈ। ਤੁਸੀਂ ਕੱਲ੍ਹ ਨੂੰ ਖਤਨੇ ਕਰਾ ਲਓਗੇ ਔਰ ਕੱਲ੍ਹ ਨੂੰ ਖਤਨੇ ਕਰਾ ਕੇ ਤੁਸੀਂ ਆਪ ਆਪਣਾ ਅੰਗ ਵਧਾ ਲਓਗੇ ਸਾਰੇ। ਤੁਸੀਂ ਥੀਸਿਸ ਸਾਹਿਬ ਦੇਖੋ ਬਾਣੀ ਦੀ ਕਿੱਡੀ ਵੱਡੀ ਥੀਸਿਸ ਹੈ ਵੀ ਜਿੱਦਾਂ ਦਾ ਬੱਚਾ ਪੈਦਾ ਹੁੰਦਾ, ਜਿੱਦਾਂ ਅਸੀਂ ਇਨਸਾਨ ਦੇ ਪੇਟ 'ਚ ਜਨਮ ਲੈਂਦੇ ਹਾਂ ਉੱਦਾਂ ਦਾ ਸਾਰ ਹੈ। ਦਾੜੀ ਕਿਸੇ ਦਾੜੀ ਨਹੀਂ ਲਗਾਉਣੀ, ਉਹ ਬੀਬੀਆਂ ਦੀ ਦਾੜੀ ਨਹੀਂ ਆਉਂਦੀ। ਇਸੇ ਕਰਕੇ ਜਿਹੜੀ ਨੈਚੁਰਲ ਚੀਜ਼ ਜਿੱਥੇ ਬਾਲ ਆਉਣੇ ਆ ਇਹਦੇ 'ਚ ਲੌਜਿਕ ਹੈ। ਔਰ ਡਾਕਟਰ ਇਹ ਸਾਬਤ ਕਰ ਰਹੇ ਵੀ ਜਿਹੜੇ ਬਾਲ ਜਾਂ ਸਾਰੇ ਖਰੇ ਕਿਹੜਾ ਵਿਟਾਮਿਨ ਇਹ ਧੁੱਪ 'ਚ ਲੈਂਦੇ ਹਰ ਵੇਲੇ। ਔਰ ਬਾਲ ਦਾ ਜਿਹੜਾ ਸਾਰੀ ਸਭ ਤੋਂ ਵੱਡੀ ਹੈ ਵੀ ਜਿਹਨਾਂ ਦੀ ਬਾਣੀ ਆ ਸਾਡੇ ਸਾਰਿਆਂ ਦੇ ਕੇਸ ਹੈ। ਮੁਸਲਮਾਨ ਦੀ ਬਾਣੀ ਹੈ ਸਾਡੇ ਕੋਲ। ਫਿਰ ਨੈਣੋ ਨੀਰ ਵਹੇ ਤਨ ਖੀਨਾ ਪੈ ਕੇਸ ਦੁੱਧਵਾਨੀ ਰੁੰਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪ੍ਰਾਨੀ। ਮੁਸਲਮਾਨ ਫਕੀਰ ਹੈ। ਕੇਸ ਹੈ ਸਾਰੇ ਜਿੰਨੇ ਵੀ ਸਾਰੇ ਮਹਾਂਭਾਰਤ 'ਚ ਸਾਰੇ ਜਿੰਨੇ ਹੈ ਸਾਰੇ ਕੇਸ। ਲੇਕਿਨ ਇਹਨਾਂ ਨਾਲ 12 ਸਾਲ ਬਨਵਾਸ ਰਿਹਾ ਰਾਮਚੰਦਰ ਦਾ। ਅਸੀਂ ਉਸ ਡਾਇਰੈਕਟਰ ਨੂੰ ਫੜਿਆ ਰਮਾਇਣ ਬਣਾਉਣ ਵਾਲੇ ਨੂੰ ਦਿੱਲੀ। ਅਸੀਂ ਕਿਹਾ ਜੀ ਤੁਸੀਂ 12 ਸਾਲ ਦਾ ਬਨਵਾਸ ਉੱਥੇ ਜੂੜਾ 'ਤੇ ਦਿਖਾ ਦਿੰਦੇ ਹੋ ਕਿ ਆ ਜਿਹੜੀ ਦਾੜੀ ਆ ਉਹ ਸਾਰੀ ਐ ਮੁੰਨੀ ਜਿੱਦਾਂ ਉਹਨਾਂ ਕੋਲ ਕਿਹੜਾ ਰੇਜ਼ਰ ਸੀ ਜਿਹੜਾ ਕਿ ਬਨਵਾਸ 'ਚ ਹਰ ਵੇਲੇ ਐ ਚਟਪਟਾ। ਕਹਿੰਦੇ ਭਾਈ ਸਾਹਿਬ ਦੀ ਬੜੀ। ਮੈਂ ਕਿਹਾ ਨਹੀਂ, ਸਿਰਫ ਸਵਾ ਜੇ ਜੂੜਾ ਦਿਖਾੜਦੇ ਹੋ ਤੇ 12 ਸਾਲ ਤੋਂ ਉਹਨਾਂ ਕੋਲ ਕੱਖ ਨਹੀਂ ਸੀ। ਉਹ ਕਾਹਦੇ ਨਾਲ ਦਾੜੀ ਮੁੰਦੇ ਸੀ ਜਿੱਦਾਂ ਦਾ ਤੁਸੀਂ ਮੂੰਹ ਦਿਖਾੜਦੇ ਚੁੱਪ ਹੋ ਗਏ। ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਨਾ ਇਸੇ ਕਰਕੇ ਚੱਲਦੀਆਂ ਵੀ ਲਿਟਲ ਨੌਲੇਜ ਆਫ ਗੁਰਬਾਣੀ ਇਜ਼ ਵੈਰੀ ਡੇਂਜਰਸ। ਅਸੀਂ ਹੁਣ ਪੂਰਾ ਨੌਲੇਜ ਜਿੰਨਾ ਵੀ ਹੈ ਮੈਂ ਟੇਪਾਂ 'ਚ ਭਰੇ ਆ, ਉਹ ਗਾਂਹ ਨੂੰ ਅਸੀਂ ਗਾਂਹ ਭੇਜਾਂਗੇ ਸਾਰੀਆਂ ਟੇਪਾਂ ਕੱਢ ਕੇ ਉਹਨਾਂ ਦਾ ਨਿਚੋੜ ਵੀ ਕਿੰਨੀ ਵਾਰੀ ਕੇਸਾਂ ਦਾ ਨਾਂ ਆਇਆ ਔਰ ਕਿੰਨੀ ਵਾਰੀ ਸਾਰਾ ਗਾਂਹ ਵੀ ਜਿਹਨੂੰ ਤੋਂ ਜਮਦੂਤ ਜਾਂਦੇ ਕਿੱਦਾਂ ਉਹ ਕੇਸਾਂ ਤੋਂ ਫੜ ਕੇ ਪਟਕਦੇ। ਉਹਦਾ ਮਤਲਬ ਹੈ ਵੀ ਆਹ ਕਾਇਆ 'ਤੇ ਰਹਿ ਜਾਂਦੀ ਹੈ ਲੇਕਿਨ ਅੰਦਰਲੀ ਸੂਖਸ਼ਮ ਜਿਹੜੀ ਕਾਇਆ ਗਾਂਹ ਜਾਂਦੀ ਉਹਦੇ ਵੀ ਕੇਸ। ਬਾਣੀ ਚਾਹੁੰਦਾ ਵੀ ਅਗਲੇ ਜਮਦੂਤ ਕੇਸਾਂ ਨੂੰ ਹੱਥ ਪਾਉਂਦੇ ਤੇ ਉਦੋਂ ਸਾਰਾ ਕੁਛ ਮਤਲਬ ਇਹ ਜਿਹੜੀ ਅੰਦਰਲੀ ਸੂਖਸ਼ਮ ਕਾਇਆ ਗਾਂਹ ਜਾਂਦੀ ਉਹਦਾ ਰੂਪ ਵੀ ਕੇਸ ਹੀ ਹੈ। ਔਰ ਜਿੰਨੀ ਵਾਰੀ ਬਾਣੀ 'ਚ ਕੇਸਾਂ ਦਾ ਨਾਂ ਆਇਆ ਅਸੀਂ ਉਹਨਾਂ ਟੇਪਾਂ 'ਚ ਕੀਤਾ, ਗਾਂ ਨੂੰ ਕਰ ਦਾਂਗੇ। ਲੇਕਿਨ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਵੀ ਸਾਨੂੰ ਬਾਣੀ ਦਾ ਪੂਰਾ ਨੌਲੇਜ ਨਹੀਂ ਹੈ, ਨਾ ਸਾਨੂੰ ਸਭ ਦਾ ਨਾਂ ਹੈ, ਨਾ ਉਹਨੂੰ ਕੋਈ ਕਹਿ ਸਕਦੇ ਹੈ
ਭਈ ਚਲੋ ਤੁਸੀਂ ਪੰਜ ਪਿਆਰਿਆਂ ਨੂੰ ਸਮਝ ਲਓ। ਜੇ ਅਗਰ ਇਹ ਰੀਤ ਸੀ ਸਾਰੀ ਨਹੀਂ ਜ਼ਰੂਰ ਸੀ ਤਾਂ ਹੁਣ ਤੱਕ ਦਸਮ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਪੰਜਾਂ ਪਿਆਰਿਆਂ 'ਚ ਤੁਸੀਂ ਮੋਨਾ ਲੈਣਾ ਸ਼ੁਰੂ ਕਰ ਦਿਓ। ਕੇਸ ਔਰ ਜਿਹੜੀ ਦਸਤਾਰ ਹੈ ਜੋ ਸਾਰੀ ਹੈ, ਅਸੀਂ ਇਹ ਨਹੀਂ ਕਹਿੰਦੇ ਦਸਤਾਰ ਹੋਵੇ ਨੰਗਾ ਬਾਹਮਣ ਸਿਰ ਢੱਕਦੇ ਸੀ। ਐਡੀ ਡਰੈਸ ਹੈ ਅਗਰ ਵਾਰ ਥੋੜ੍ਹੀ ਜਿਹੇ ਖਿਲਰੇ ਰਹਿਣ ਤੁਹਾਡੀ ਉਹਨੇ ਤੁਸੀਂ ਚਾਈਡੀ ਕੜੈਵਰ ਨਹੀਂ ਹੁੰਦੇ। ਜਿਹੜਾ ਘੁੱਟ ਕੇ ਬੱਧਾ ਹੋਵੇ ਸਾਰਾ ਦਸਤਾਰ ਬੱਧੀ ਹੋਵੇ ਬੰਦਾ ਸਾਰਾ। ਲੇਕਿਨ ਇਹ ਜਿਹੜੇ ਰਿਵਾਜ਼ ਚੜੇ ਇਹਨਾਂ ਦੇ ਬੜੇ ਮੋਟੇ ਮੋਟੇ ਸਵਾਲ ਆਪ ਹੀ ਕੱਢੋ ਵੀ ਮੁਸਲਮਾਨ ਸਾਰਿਆਂ ਦੇ ਬਾਲ ਜਿੰਨਿਆਂ ਦੀ ਬਾਣੀ ਹੈ ਔਰ ਜਿੰਨੇ ਸਾਰੇ ਹੈ ਜਿਹੜਾ ਕਹਿੰਦੇ ਨੇ ਵੀ ਦਾੜੀ ਦੀ ਜ਼ਰੂਰਤ ਨਹੀਂ ਆ। ਹਾਂ ਸਾਡੇ ਐਡੇ ਐਡੇ ਸਰਦਾਰ ਦਾੜੀ ਤਾਂ ਭਾਈ ਸਾਹਿਬ ਜੀ ਬੰਨ ਵੀ ਲਾਓ। ਜਿਸ ਵੇਲੇ ਆ ਸਾਡੇ ਦਾਦੇ ਪੜਦਾਦੇ ਸਾਰੇ ਮਿਲਟਰੀ ਸੀ, ਉਹ ਬੋਲਟ ਵਾਲੀਆਂ ਬੰਦੂਕਾਂ ਹੁੰਦੀਆਂ ਸੀ, ਜਦੋਂ ਉਹਨਾਂ ਨੂੰ ਚਲਾਉਂਦੇ ਸੀ ਉਹਨਾਂ ਦੇ ਵਾਲ ਬੋਲਟ 'ਚ ਆ ਜਾਂਦੇ ਸੀ, ਬੰਦੂਕ ਚੱਲਦੀ ਨਹੀਂ ਸੀ, ਉਹਨਾਂ ਨੇ ਦਾੜੀਆਂ ਚਾੜਨੀਆਂ ਸ਼ੁਰੂ ਕੀਤੀਆਂ। ਸਾਰਾ ਲੇਟੈਸਟ ਸਾਰਾ ਦਾੜੀਆਂ ਮਤਲਬ ਇਹ ਤਾਂ ਨਹੀਂ ਵੀ ਸਫਾ ਚੱਟ ਹੋ ਜਾਓ ਤੁਸੀਂ, ਜਾਂ ਇਹਨਾਂ ਦੀ ਜ਼ਰੂਰਤ ਹੀ ਨਹੀਂ ਹੈ। ਇਹ ਸਿਰਫ ਉਹ ਹੀ ਬੰਦੇ ਕਰਦੇ ਜਿਹੜੇ ਅੰਦਰੋਂ ਕਮਜ਼ੋਰ ਹੋਣ। ਕੁਐਸਚਨ ਉਹ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸੇ ਨੂੰ ਪਤਾ ਹੀ ਨਹੀਂ ਬਾਣੀ 'ਚ ਕੀ ਲਿਖਿਆ। ਸਾਬਤ ਸੂਰਤ ਦਸਤਾਰ ਸਰਾ ਦਾ ਮਤਲਬ ਕੀ ਹੈ? ਸੁੰਨਤ ਔਰ ਸਾਬਤ ਸੂਰਤ ਦਾ ਮਤਲਬ ਹੈ ਸੁੰਨਤ ਨਹੀਂ ਅਸੀਂ ਕਰਾਉਣੀ। ਅਸੀਂ ਨੈਚੁਰਲ ਜੰਮਦੇ ਹਾਂ, ਨੈਚੁਰਲ ਸਾਰੀ ਉਮਰ ਰਹਿਣਾ। ਔਰ ਡਾਕਟਰ ਵੀ ਇਹ ਮੰਨਦੇ ਚੀਜ਼। ਔਰ ਬਾਹਰ ਜਿਹੜੀ ਹੈ ਬਾਲਾਂ ਨੂੰ ਜਿਸ ਤਰ੍ਹਾਂ ਮਰਜ਼ੀ ਬਣ ਲਓ। ਕਈ ਕਹਿੰਦੇ ਜੀ ਦਾੜੀ ਖੁੱਲੀ ਫਲਾਂ ਇੱਥੇ ਤਾਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿੱਥੋਂ ਉੱਠੀਆਂ? ਸੂਰਤ ਰਹਿ ਸਾਬਤ ਸੂਰਤ ਦਾ ਮਤਲਬ ਹੈ ਕੋਈ ਐਂ ਕਿਸੇ ਨਾਲ ਹੁਣ ਕਦੀ ਸੁਪਨਾ ਨਹੀਂ ਲੈ ਸਕਦੇ ਵੀ ਚਾਰ ਸਾਹਿਬਜ਼ਾਦਿਆਂ ਦੀ ਸੁੰਨਤ ਹੋਈ ਹੋਵੇ। ਕਦੀ ਸੁਪਨਾ ਨਹੀਂ ਲੈ ਸਕਦੇ ਵੀ ਬਾਬਾ ਅਜੀਤ ਸਿੰਘ ਜਿਹੜੇ ਕਿ ਇਸ ਵੇਲੇ ਜੰਗ 'ਚ ਚੁਰੇ ਜਾਂ ਦਸਮ ਪਾਤਸ਼ਾਹ ਦੀ ਦਾੜੀ ਮੁੰਨੀ ਹੋਈ ਹੋ। ਅਸੀਂ ਸ਼ਰਮ ਨਹੀਂ ਕਰਦੇ ਸਵਾਲ ਕਰਨ ਲੱਗੇ। ਕਦੀ ਆਪਣੀ ਸਭਤਾ ਦੇਖ ਲਓ ਤੁਸੀਂ। ਇੱਕ ਸਿਰਫ ਈਜ਼ੀ ਗੋਇੰਗ ਹੋਣ ਲਈ ਤੁਸੀਂ ਕਹਿੰਦੇ ਜਿੱਦਾਂ ਕੇਸਾਂ ਦੀ ਜ਼ਰੂਰਤ ਨਹੀਂ ਹੁੰਦਾ। ਇਹਦਾ ਫਾਇਦਾ ਦੇਖੋ। ਕਿੰਨੇ ਕੁ ਪ੍ਰਮਾਣ ਅਸੀਂ ਟੇਪਾਂ ਜੱਟੇ ਅਸੀਂ ਉਹ ਇਕੱਠੀ ਕਰਕੇ ਸਾਰੀ ਪਿਆਰ ਨਾਲ ਭੇਜਾਂ, ਪਰ ਕਸੂਰ ਕਿਸੇ ਦਾ ਨਹੀਂ, ਕਸੂਰ ਹੈ ਅਗਿਆਨਤਾ ਦਾ। ਔਰ ਜੇ ਬਾਣੀ ਸਾਰੇ ਕੇਸ ਅਸੀਂ ਇੰਨੀ ਮਿਹਨਤ ਨਾਲ ਕੱਢ ਸਾਫ਼ ਕੀਤੇ ਆ ਸਾਰੇ, ਉਹ ਤਾਂ ਪਹੁੰਚਾਵਾਂਗੇ। ਲੇਕਿਨ ਸਭ ਤੋਂ ਵੱਡੀ ਮਿਸਾਲ ਇਹ ਵੀ ਜਿਹੜੀ ਹਿਸਟਰੀ ਅਸੀਂ ਕੌਣ ਆ? ਅਸੀਂ ਲੇਟੈਸਟ ਸਾਡੇ ਪੈਗੰਬਰ ਹੈ। ਇਸ ਤੋਂ ਬਾਅਦ ਕੋਈ ਪੈਗੰਬਰ ਨਹੀਂ ਆਇਆ, ਕੋਈ ਗੁਰੂ ਨਹੀਂ ਆਇਆ, ਕੋਈ ਔਲੀਆ ਨਹੀਂ ਆਇਆ। 10 ਗੁਰੂਆਂ ਦੇ ਕੇਸ ਔਰ ਲੇਟੈਸਟ ਸਾਡਾ ਜਿਹੜਾ 5 ਹਵਾਲਿਆਂ ਕੀਤਾ ਗਿਆ ਕਦੀ ਕੋਈ ਸੁਪਨਾ ਨਹੀਂ ਲੈ ਸਕਦਾ ਕਿ ਇਹਨਾਂ 'ਚ ਕੋਈ ਮੋਨਾ ਵੀ ਹੋਏਗਾ। ਲੇਕਿਨ ਮੋਨਾ ਛੱਕ ਕੇ ਵੀ ਉਹਨੂੰ ਪਰਨ ਕਰਨਾ ਪੈਂਦਾ ਵੀ ਮੈਂ ਸਾਬਤ ਸੂਰਤ ਰਹਾਂਗਾ। ਸਾਬਤ ਸੂਰਤ ਦਾ ਮਤਲਬ ਹੀ ਇਹ ਹੈ ਵੀ ਸੁੰਨਤ ਨਹੀਂ ਕਰਾਉਣੀ। ਰੋਮਾਂ ਦੀ ਬੇਅਦਬੀ ਦਾ ਮਤਲਬ ਇਹੋ ਹੀ ਹੈ ਵੀ ਮੈਂ ਇਹਨੂੰ ਕੱਟਣੀ ਨਹੀਂ ਹੈ ਇੰਦਰੀ ਨੂੰ, ਔਰ ਮੈਂ ਮੁੰਡਨ ਨਹੀਂ ਕਰਨੇ। ਮੁੰਡਨ ਜਿਹੜੀ ਐ ਰਸਮ, ਇਹ ਰਸਮਾਂ ਬਣ ਚੁੱਕੀਆਂ ਦੋਨਾਂ ਮਜ਼ਹਬਾਂ 'ਚ, ਮੁਸਲਮਾਨਾਂ 'ਚ ਔਰ ਹਿੰਦੂਆਂ 'ਚ। ਇਸ ਕਰਕੇ ਜਿਹੜਾ ਮੁੰਡਨ ਸਾਬਤ ਸੂਰਤ ਫਿਜ਼ੀਕਲੀ ਮਤਲਬ ਐਡਾ ਸੌਖਾ ਰਾਸਤਾ ਗੁਰੂਆਂ ਨੂੰ ਤੋਰਿਆ। ਔਰ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਵੀ ਜ਼ਰਾ ਸੁਪਨਾ ਲੈ, ਆਪਣੇ ਆਪ ਮੂੰਹ ਨੀਵਾਂ ਕਰਕੇ ਜ਼ਰਾ ਸੋਚੋ ਵੀ 5 ਪਿਆਰੇ ਕਦੀ ਹੋ ਸਕਦੇ ਵੀ ਤੁਹਾਡੇ ਵਾਂਗੂ ਬਾਲ ਮੁੰਨੇ ਹੋਣ ਤੇ ਉੱਤੇ ਪਗੜੀ ਬੱਧੀ ਹੋਵੇ। ਔਰ ਕੋਈ ਸੁਪਨਾ ਨਹੀਂ ਲੈ ਇਹ ਸਦੇ ਇਸੇ ਕਰਕੇ ਆ ਰਿਹਾ ਵੀ ਸਾਡਾ ਗਿਆਨ ਬਾਣੀ ਦਾ ਗਾਂ ਗਿਆ ਨਹੀਂ ਹੈ। ਜਿਉਂ ਅਸੀਂ ਪਿਆਰ ਨਾਲ ਸਾਰਿਆਂ ਨੂੰ ਗੱਲ ਲਾਵਾਂਗੇ ਸਾਰੀ ਚੀਜ਼ ਦਾ। ਲੇਕਿਨ ਇਹ ਆ ਵੀ ਬੜੀਆਂ ਮਤਲਬ ਅਸੀਂ ਬਾਣੀਆਂ ਐਸੀਆਂ ਦਿੱਤੀਆਂ ਉਸ ਟੇਪਾਂ ਦੇ ਵਿੱਚ ਵੀ ਜਿਹੜੀ ਕੇਸ ਹੈ ਕਿੰਨੀ ਵਾਰੀ ਬਾਣੀ 'ਚ ਆਏ, ਉਹ ਅਸੀਂ ਕੱਢ ਕੇ ਮੋੜ ਦਾਂਗੇ। ਟਾਈਮ ਇੰਨਾ ਨਹੀਂ ਹੈ ਮੇਰੇ ਕੋਲ। ਲੇਕਿਨ ਉਹ ਸਾਰੀਆਂ ਟੇਪਾਂ ਬਣਾ ਕੇ ਫਿਰ ਅਸੀਂ ਜਿਹੜੀ ਵੀ ਕੁਐਸਚਨ ਕਰਦੇ ਜੀ ਸਦਕੇ ਉਹਨਾਂ ਦੇ ਸਾਰੇ ਸ਼ੰਕੇ ਬਾਣੀ ਦੇ ਰਾਹੀਂ ਨਹੀਂ ਜਿੰਨ 'ਚ ਅਸੀਂ ਨਿਵਰਤ ਕਰਦੇ। ਇਹ ਨਹੀਂ ਹੈ ਵੀ ਸਾਡੀ ਬਾਣੀ ਇਹ ਨਹੀਂ ਕਹਿੰਦੀ ਵੀ ਕੋਈ ਦੂਸਰਾ ਕੋਈ ਰੱਬ ਪਾ ਹੀ ਨਹੀਂ ਸਕਦਾ। ਨਹੀਂ, ਤੇ ਸਾਡੇ ਕਬੀਰ ਸਾਹਿਬ ਵੀ ਕਹਿੰਦੇ ਕਬੀਰ ਪ੍ਰੀਤ ਇੱਕ ਸਿਉਂ ਕੀਏ ਬਾਣੀ ਹੈ। ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਣ ਮਨਾਏ। ਕਹਿੰਦੇ ਜੇ ਰੱਬ ਨੇ ਹੀ ਪ੍ਰੀਤ ਨਹੀਂ ਤਾਂ ਬਾਕੀ ਜਿਹੜੇ ਕੇਸ ਰੱਖੇ ਜਿਹਨਾਂ ਨੂੰ ਨਾਮ ਦਾ ਨਹੀਂ ਪਤਾ, ਬਾਣੀ ਦਾ ਨਹੀਂ ਪਤਾ, ਉਹ ਕੇਸ ਰੱਖ ਕੇ ਬਸ ਖਾਲਸੇ ਬਣ ਗਏ। ਉਹ ਕਹਿੰਦਾ ਦੇਖੋ ਪ੍ਰੀਤ ਤੇ ਇੱਕ ਨਾ ਕਰਨੀ ਅਸੀਂ ਕਰਕੇ ਉੱਥੋਂ ਬਾਅਦ ਰਹਿਣਾ ਅਸੀਂ ਉਹੀ ਆ ਜੋ ਸਾਡੇ 5 ਪਿਆਰੇ ਜਿਹੜੇ ਸਾਡਾ ਹੁਕਮ ਹੈ। ਜਿੱਦਾਂ ਦਸਮ ਪਾਤਸ਼ਾਹ ਨੇ ਰਾਹ ਚਲਾਇਆ
ਉਹ 'ਤੇ ਚੱਲਣਾ। ਜਿਹੜਾ ਇਹ 'ਤੇ ਨਹੀਂ ਚੱਲਦਾ ਉਹ ਬਾਣੀ ਤੋਂ ਉਲਟ ਕੰਮ ਕਰਦਾ ਹੈ। ਇਸ ਕਰਕੇ ਬਾਣੀ ਸਭ ਤੋਂ ਅੱਗੇ ਹੈ। ਉਹਦੇ ਅੰਡਰ ਹੀ ਪੰਜ ਪਿਆਰੇ ਹੈ, ਉਹਦੇ ਅੰਡਰ ਹੀ ਗੁਰੂ ਗੋਬਿੰਦ ਸਿੰਘ ਸਾਹਿਬ, ਉਹਦੇ ਅੰਡਰ ਹੀ ਸਾਰੀ ਦੁਨੀਆ, ਉਹਦੇ ਅੰਡਰ ਹੀ ਜਿੰਨੇ ਫਕੀਰ, ਜਿੰਨੇ ਸਾਡੇ ਭਾਗ ਦੇ ਜਿੰਨਿਆਂ ਦੇ ਕੇਸ ਦੁਨੀਆ ਦੇ ਮਾਮਲੇ ਜੇ ਹੱਲ ਕਰਨੇ ਆ ਤੇ ਬਾਣੀ ਰਾਹੀਂ ਅਸੀਂ ਹੱਲ ਕਰਨੇ। ਇਸ ਕਰਕੇ ਉਹ ਸਾਬਤ ਸੂਰਤ ਦਸਤਾਰ ਸਰਾ ਹੈ। ਔਰ ਸਾਬਤ ਸੂਰਤ ਦਾ ਮਤਲਬ ਇਹ ਨਹੀਂ ਕਈ ਤੁਸੀਂ ਕਿਸੇ ਰੋਮਾਂ ਦੀ ਬੇਅਦਬੀ ਜਾਂ ਉੱਤੋਂ ਕਈ ਆਪਰੇਸ਼ਨ ਹੋਣ ਲੱਗੇ, ਰੋਮ ਕੱਟੇ ਜਾਂਦੇ, ਫੜਾ ਇੰਨੀ ਦੁਨੀਆ ਨਿੱਘਰ ਗਈ ਹੈ, ਸਾਰੇ ਮਰ ਜਾਣਗੇ ਉਹ ਡਾਕਟਰ ਕੋਲ ਜਿੱਥੇ ਕਿਤੇ ਕੱਟਣੇ ਪੈਂਦੇ ਘੱਟ, ਉਹ ਉਹਨਾਂ ਨੂੰ ਕੱਟ ਕੇ ਪਰਾਂ ਕਰੋ, ਆਪਣਾ ਇਲਾਜ ਕਰਾਓ। ਲੇਕਿਨ ਇਹ ਸਾਰੀਆਂ ਚੀਜ਼ਾਂ ਇੱਥੋਂ ਤੁਰਦੀਆਂ ਕਿਉਂਕਿ ਇਹਨੂੰ ਗਲਤ ਸਾਡੇ ਕੋਲ ਮੈਸੇਜ ਪਹੁੰਚਾਇਆ ਜਾਂਦਾ। ਰੋਮਾਂ ਦੀ ਬੇਅਦਬੀ ਦਾ ਮਤਲਬ ਇਹੋ ਹੈ ਸਭ ਤੋਂ ਵੱਡਾ ਖਤਨੇ ਕਰਾਉਣੇ, ਦੂਸਰਾ ਮੁੰਡਨ ਕਰ ਦੇਣੇ ਬੱਚਿਆਂ ਦੇ। ਉਹ ਸ਼ਾਇਦ ਪੜ੍ਹੋ, ਬਾਕੀ ਆਪਣੀ ਆਤਮਾ ਨੂੰ ਪੁੱਛੋ ਵੀ ਕੀ 10 ਗੁਰੂਆਂ ਦੇ ਕੇਸ ਨਹੀਂ ਸੀ। ਲੇਟੈਸਟ ਆਏ ਉੱਥੋਂ ਬਾਅਦ ਕੋ ਆਇਆ ਨਹੀਂ ਹੈ। ਹੁਣ ਵੀ ਪੰਜ ਪਿਆਰੇ ਹਾਲੀ ਵੀ ਮਤਲਬ ਅਵਤਾਰੂ ਸਿੰਘ ਦੀ ਸ਼ਹੀਦੀ ਦੇਖ ਲਓ ਤੁਸੀਂ, ਐਡੀ ਵੱਡੀ ਖੋਪਰੀ ਹੱਥ 'ਚ ਹੈ। ਲੇਕਿਨ ਇਹ ਕਿਉਂ ਹੁਣ ਤੁਸੀਂ ਤਨਖਾਹੀਆ ਕਹਿ ਦਿਓ ਜੀ ਇਹ ਨੰਗਾ ਸਿਰ ਉਹਦਾ ਹੋ ਗਿਆ ਜੁੜਾ। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਇੱਥੋਂ ਹੀ ਹੈ। ਲਿਟਲ ਨੌਲੇਜ ਆਫ ਗੁਰਬਾਣੀ ਇਜ਼ ਵੈਰੀ ਡੇਂਜਰਸ। ਕੋਈ ਵੀ ਸਵਾਲ ਤੁਹਾਨੂੰ ਉੱਠਦਾ ਹੈ ਉਹਦਾ ਹੱਲ ਬਾਣੀ ਨਾਲ ਹੀ ਪਿਆਰ ਨਾਲ ਲੱਭੀ। ਔਰ ਕੋਈ ਐਸੀ ਗੱਲ ਨਹੀਂ ਹੈ। ਚਲੋ ਦੇ ਐਨਸੈਸਟਰ ਦੇਖੋ, ਉਹਨੂੰ ਸੁਪਨੇ ਜਿਹੜੇ ਆਉਂਦੇ ਸਭ ਦੇ ਦਾੜੀ, ਰਾਮ ਚੰਦਰ ਦੇ ਪਿਓ ਦੇ ਦਾੜੀ, ਸਾਰਿਆਂ ਦੇ ਦਾੜੀ। ਰਾਮ ਚੰਦਰ ਔਰ ਉਹਨੂੰ ਬਨਵਾਸ ਜਾਣ ਲੱਗੇ, ਉਹ ਜੂੜਾ ਸਿਰ 'ਤੇ ਦਿਖਾ ਦਿੱਤਾ 12 ਸਾਲ। ਉਹ ਕੋਲ ਕਿਹੜਾ ਰਨਿੰਗਟਨ ਬਲੇਡ ਸੀ ਜਿਹਦੇ ਨਾਲ ਰੋਜ਼ ਐਨ। ਅਸੀਂ ਸਿਰਫ ਇਹ ਮਸਾਲਾ ਤਾਂ ਦਿੰਦੇ ਹਾਂ, ਇਸ ਚੀਜ਼ ਨੂੰ ਵਧਾਓ ਨਾ। ਆਪਣਾ ਇਹ ਸਮਝੋ ਕਿ ਪੰਜ ਪਿਆਰੇ ਜਾਂ 4 ਸਾਹਿਬਜ਼ਾਦਿਆਂ ਦੀ ਸੁੰਨਤ ਹੋਈ ਸੀ ਜਾਂ ਉਹਨਾਂ ਨੂੰ ਕੋਈ ਮੁੰਡਨ ਕੀਤੇ ਗਏ ਨਹੀਂ। ਜੋ ਰਿਵਾਜ ਆਇਆ ਸਹਿ ਸੁਭਾਅ। ਬਾਕੀ ਇਹ ਦਾੜੀਆਂ ਬੰਨਣੀਆਂ ਰੱਖਣੀਆਂ ਸਾਡਾ ਤਾਂ ਸਾਬਤ ਸੂਰਤ ਰਵੇ। ਸਾਬਤ ਸੂਰਤ ਦਾ ਮਤਲਬ ਹੈ ਵੀ ਜਿੱਦਾਂ ਨਾ ਰੱਬ ਨੇ ਸ਼ਕਲ ਦਿੱਤੀ ਹੈ ਬੱਚਾ ਪੈਦਾ ਉੱਦਾਂ ਹੀ ਸਾਰੀ ਉਮਰ ਰਹੇ। ਅਸੀਂ ਤੇ ਭਾਈ ਸਾਹਿਬ ਜੀ ਉਹਨਾਂ ਟੇਪਾਂ 'ਚ ਇਹ ਕਹਿੰਦੇ ਸੀ UN ਤੱਕ ਮਾਮਲਾ ਮੰਗਾਉਣਾ ਵੀ ਰਿਲੀਜੀਅਸ ਦੇ ਵਿੱਚ ਜਿਹੜਾ ਬੱਚਾ ਚਾਈਲਡ ਅਬਿਊਜ਼ ਹੁੰਦਾ ਹੈ, ਫੜੋ ਉਹਨਾਂ ਨੂੰ ਵੀ ਚਾਈਲਡ ਵੱਡਾ ਹੋ ਕੇ ਜੋ ਮਰਜ਼ੀ ਕਰ, ਉਹ ਸਾਰੀਆਂ ਸਾਡੇ ਹੱਕ 'ਚ ਜਾਂਦੀ। ਜਿਹੜਾ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ, ਹਦੀਸ ਆਗੇ ਸਾਬਤ ਸੂਰਤ ਦਸਤਾਰ ਸਰਾ। ਕਦੀ ਇਹ ਸੋਚ ਨਹੀਂ ਸਕਦੇ ਵੀ ਸਾਡੇ ਮਹਾਰਾਜਿਆਂ ਦੇ ਬੜੇ ਬੜੇ ਸਿੰਘਾਂ ਦੇ ਸਾਰੇ ਸਾਡੇ ਵਾਂਗੂ ਕੇਸ ਮੁੰਨੇ ਹੁੰਦੇ ਉਹਨਾਂ ਨੇ। ਨਹੀਂ, ਇਹ ਬਹੁਤ ਵੱਡੀ ਚੀਜ਼ ਹੈ। ਔਰ ਮੈਡੀਕਲੀ ਇਹ ਏਡੀ ਫਿੱਟ ਚੀਜ਼ ਹੈ ਵੀ ਇਹ ਸਰਦੀ ਗਰਮੀ ਤੋਂ ਬਚਾਉਂਦੇ ਕਿ ਸਾਰਾ ਦਾ ਸਾਰੀ ਚੀਜ਼ ਜਿੰਨੀ ਹੈ ਇਹ ਮੈਡੀਕਲ ਮਤਲਬ ਸਾਰੀ ਦੁਨੀਆ ਮੰਨਦੀ ਹੈ। ਲੇਕਿਨ ਅਸੀਂ ਮੋਟੀਆਂ ਦੇਤਾ ਹਿੰਦੁਸਤਾਨ 'ਚ ਜਿਹੜੀ ਇਹ ਚੀਜ਼ ਤੁਰੀ ਹੈ ਲਾਰਡ ਕਰਜ਼ਨ ਦੇ ਵੇਲੇ ਕਰਜ਼ਨ ਫੈਸ਼ਨ ਤੁਰਿਆ। ਉਸ ਤੋਂ ਬਾਅਦ ਹੁਣ ਬਾਣੀ ਨੂੰ ਨਾ ਸਮਝ ਕੇ ਅਸੀਂ ਇਹ ਸਾਰਾ ਕੁਛ ਕਰੀ ਜਾਂਦੇ ਹਾਂ। ਔਰ ਗਾਂ ਭੈੜਾ ਅਸਰ ਪੈ ਰਿਹਾ, ਉਹਦੇ ਰਾਹੀਂ ਅਸੀਂ ਬਾਣੀ ਦੀਆਂ ਟੇਪਾਂ ਰਾਹੀਂ ਕੱਢ ਕੇ ਗਾਂ ਫਿਰ ਪੂਰੇ ਸ਼ਬਦ ਦਾ ਸਾਰਾ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲੇ ਹੈ, ਮਨ ਹਰ ਜੀ ਤੇਰੇ ਨਾਲੇ ਹੈ। ਗੁਰਮਤਿ
ਰੰਗ ਮਾਨ ਮਾਨ ਹਰ ਜੀ ਤੇਰੇ ਨਾਲੇ ਹੈ ਗੁਰਮਤੀ ਰੰਗ ਮਾਨ। ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਬਾਣੀ ਹੈ ਮਹੱਲੇ ਤੀਜੇ ਦੀ। ਮਨ ਤੂੰ ਤੇ ਜੋਤ ਸਰੂਪ ਸੀ, ਤੈਨੂੰ ਇੰਨਾ ਤੇਰਾ ਭੈੜਾ ਹਾਲ ਕਿੱਦਾਂ ਹੋ ਗਿਆ। ਹਰ ਇੱਕ ਚੀਜ਼ ਦੀ ਵੀ ਮਾਨਾ ਜੀ ਨਹੀਂ ਨਾਮ ਜਪਣ ਦਾ, ਮਾਨ ਆ ਕਰਦਾ, ਮਾਨ ਆਉਂਦਾ ਟਿਕਦਾ ਨਹੀਂ। ਤੇ ਤੂੰ ਤੇ ਜੋਤ ਸਰੂਪ ਸੀ, ਆਪਣਾ ਮੁੱਢ ਪਛਾਣ। ਮੂਲ ਕਹਿੰਦੇ ਆ ਜਿੱਥੋਂ ਤੂੰ ਸਟਾਰਟ ਹੋਇਆ, ਆਪਣਾ ਮੂਲ ਪਛਾਣ। ਤੂੰ ਜੋਤ ਸਰੂਪ ਸੀ। ਔਰ ਹੇ ਮੇਰੇ ਮਨਾ, ਰੱਬ ਤੇਰੇ ਨਾਲ ਹੀ ਹੈ। ਔਰ ਉਹਨੂੰ ਸਤਿਗੁਰ ਦੀ ਮੱਤ ਨਾਲ, ਗੁਰਮੱਤ ਹੈ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਉਹ ਸਤਿਗੁਰੂ ਦੀ ਮੱਤ ਹੈ, ਅਕਾਲ ਪੁਰਖ ਦੀ ਜਿਹੜੀ ਗੁਰੂਆਂ ਨੂੰ ਆਈ। ਤਾਂ ਸਾਰੀ ਬਾਣੀ ਮੱਤ ਹੈ, ਗੁਰਮੱਤ ਹੈ। ਗੁਰਮਤੀ ਰੰਗ ਮਾਨ, ਉਸ ਬਾਣੀ ਦੀ ਮਦਦ ਦੇ ਨਾਲ ਇਹਨੂੰ ਰੰਗ ਚੜਾ ਮਨ ਨੂੰ। ਤੋ ਇਹ ਦੋ ਤੁਕਾਂ, ਪਹਿਲੀ ਤੁਕ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਭੈੜੀ ਚੀਜ਼ ਨਹੀਂ ਹੈ, ਪਰ ਅਸੀਂ ਆਪਣੇ ਕਰਮਾਂ ਦੇ ਨਾਲ ਇਹਨੂੰ ਮੈਲਾ ਕਰ ਲੈਂਦੇ। ਜਨਮਾਂ ਜਨਮਾਂ 'ਚੋਂ ਮਨ ਸਾਡੇ ਤਿੰਨ ਚੀਜ਼ਾਂ ਜੇ ਪੂਰੀ ਵੀ ਬੰਦਾ ਮਰ ਕੇ ਕਿੱਥੇ ਜਾਂਦਾ ਹੈ, ਗਾਂ ਕਿਹੜੀ ਚੀਜ਼ ਜਾਂਦੀ ਹੈ। ਜਿਹੜਾ ਸਾਡਾ ਸਰੀਰ ਦਿਸਦਾ ਹੈ ਤੇ ਇੱਥੇ ਰਹਿ ਜਾਂਦਾ। ਗੱਲ ਕੀ, ਫਿਲਾਸਫੀ ਕੀ ਹੈ ਜਿਹੜੀ ਸਾਰੀ ਬਾਣੀ 'ਚ ਡਿਸਕਸ਼ਨ ਹੋਈ ਹੈ। ਅਸਲ 'ਚ ਆਤਮਾ ਹੀ ਹੈ ਪਹਿਲੀ ਚੀਜ਼, ਜਿਹੜੀ ਪਰਮ ਆਤਮਾ ਨਾਲੋਂ ਵਿਛੜ ਜਾਂਦੀ ਹੈ। ਪਰਮ ਆਤਮਾ ਪਰਮਾਤਮਾ, ਵੱਡੀ ਆਤਮਾ, ਉਹਦੇ 'ਚੋਂ ਆਫ ਸ਼ੂਟ ਹੋਈ ਹੈ ਸਾਡੀ ਇਹ ਆਤਮਾ ਛੋਟੀ। ਅਸਲ ਚੀਜ਼ ਆਤਮਾ ਹੈ। ਨਾ ਉਹ ਮਰਤਾ ਨਾ ਹਮ ਡਰੀਆ, ਨਾ ਉਸ ਭੂਖ ਨਾ ਹਮਕੋ ਦੁੱਖਾ। ਨਾ ਉਹ ਬੁੱਢੀ ਹੁੰਦੀ ਹੈ, ਨਾ ਮਰਦੀ ਹੈ, ਨਾ ਦੁੱਖ ਹੈ, ਨਾ ਉਹ ਮੈਲੀ ਹੁੰਦੀ ਹੈ। ਅਸਲ ਚੀਜ਼ ਸਾਡੇ ਅੰਦਰ ਉਹ ਸਪਿਰਿਟ ਹੈ, ਸੋਲ ਹੈ, ਆਤਮਾ। ਲੇਕਿਨ ਉਹਨੂੰ ਸਾਡੇ ਅੰਦਰ ਹੀ ਆ ਉਹ, ਲੇਕਿਨ ਉਹ ਕੈਦ ਆ ਆਤਮਾ। ਕਾਹਦੇ 'ਚ ਕੈਦ ਹੈ? ਉਹਦੇ ਆਲੇ ਦੁਆਲੇ ਇੱਕ ਫਿਜ਼ੀਕਲ ਬਾਡੀ ਹੈ। ਜਦੋਂ ਬਾਡੀ ਦਾ ਜ਼ਿਕਰ ਆਉਂਦਾ ਘੱਟ ਦਾ, ਜਿਸਮ ਦਾ, ਉਹ ਆਪਣੇ ਨਾ ਸਮਝੋ ਕੀੜਿਆਂ ਦਾ ਵੀ ਜਿਸਮ ਹੈ। ਜਿਸ 'ਚ ਵੀ ਲਾਈਫ ਹੈ ਦੁਨੀਆ 'ਚ, ਉਹਦੇ ਆਲੇ ਦੁਆਲੇ ਉਹਨੂੰ ਬਾਡੀ ਮਿਲੀ ਇੱਕ ਬਾਡੀ ਹੈ ਆਲੇ ਦੁਆਲੇ। ਇੱਕ ਬਾਡੀ ਦੇ ਵਿੱਚ ਇੱਕ ਹੋਰ ਸੂਖਸ਼ਮ ਬਾਡੀ ਹੈ, ਬੜੀ ਡੈਲੀਕੇਟ ਬਾਡੀ ਹੈ, ਜਿਹੜੀ ਆਹ ਬਾਡੀ 'ਤੇ ਅਸੀਂ ਇੱਥੇ ਸਾੜ ਦਿੰਦੇ ਹਾਂ। ਉਹ ਜਿਹੜੀ ਗਾਂ ਜਾਂਦੀ ਉਹ ਅੰਦਰਲੀ ਸੂਖਸ਼ਮ ਬਾਡੀ ਜਾਂਦੀ। ਔਰ ਇਹਦੇ ਵਿੱਚ ਜਿਹੜਾ ਮਨ ਜੋਤ ਸਰੂਪ ਸੀ, ਆਤਮਾ ਬੇਟੇ, ਉਹ ਸਾਡੇ ਜਿਹੜੇ ਕਰਮ ਕੀਤੇ, ਐਕਸ਼ਨ ਕੀਤੇ, ਉਹਦੇ ਨਾਲ ਉਹ ਮੈਲਾ ਹੋ ਗਿਆ, ਉਹ ਵੀ ਕੈਦ ਹੋ ਗਿਆ। ਆਤਮਾ ਤੇ ਅੰਦਰ ਹੈ ਹੀ ਹੈ, ਲੇਕਿਨ ਉਹਦੇ ਨਾਲ ਮਨ ਕੋਈ ਚੀਜ਼ ਨਹੀਂ ਹੈ। ਜਿੱਦਾਂ ਅਸੀਂ ਖਿੱਦੋਂ ਖੁੰਡੀ ਪਿੰਡੀ ਥਾਈਂ ਖੇਡਦੇ ਹੁੰਦੇ ਸੀ ਅਤੇ ਮਾਵਾਂ ਸਾਡਾ ਖਿੱਦੋਂ ਬਣਾਉਂਦੀਆਂ, ਲੀਰਾਂ ਲਪੇਟ ਉੱਤੇ ਪਿੜੀਆਂ ਪਾ ਕੇ ਫਿਰ ਖਿੱਦੋਂ। ਅਸੀਂ ਛੋਟੇ ਹੁੰਦੇ ਦੇਖਿਆ ਵੀ ਖਿੱਦੋਂ ਨੂੰ ਖੋਲ੍ਹ ਕੇ ਤੇ ਦੇਖੀਏ ਇਹਦੇ ਵਿੱਚ ਕੀ ਹੈ। ਉਹਨੂੰ ਪਾੜਨਾ ਖੋਲ੍ਹਣਾ, ਲੀਰਾਂ ਦੇ ਥੱਲੇ ਕੱਖ ਵੀ ਨਹੀਂ ਹੁੰਦਾ। ਇੱਦਾਂ ਮਨ ਜਿਹੜਾ ਹੈ ਨਾ ਸਾਡੇ ਐਕਸ਼ਨਾਂ ਦਾ ਹੀ ਬਣੇ ਆ, ਚੰਗਿਆਂ ਮੰਦਿਆਂ ਦਾ। ਅਤੇ ਉਹ ਜਿਹੜਾ ਮਨ ਹੈ ਉਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਪਿਆ, ਇਹਦੀ ਭੈੜੀ ਸ਼ਕਲ ਬਣ ਗਈ ਹੈ। ਪਰ ਅਸਲ 'ਚ ਇਹ ਰਤਨ ਹੈ। ਜਿਹੜੇ ਐਕਸ਼ਨ ਕੀਤੇ ਆ ਨਾਲ ਉਹਨਾਂ ਨਾਲ ਬੰਦਾ ਆਪਣੇ ਕਰਮਾਂ ਦੇ ਨਾਲ ਇਹਨੂੰ ਮੈਲਾ ਕਰ ਦਿੰਦਾ ਹੈ। ਉਹ ਮਨ ਮੈਲਾ ਹੋ ਗਿਆ, ਉਹ ਵੀ ਕੈਦ ਹੈ। ਉਹ ਕੈਦ ਕਾਹਦੇ 'ਚ ਹੈ? ਆਪਣੀ ਕਰਨੀ ਕਰਤੂਤਾਂ 'ਚ।
ਉਹ ਕਰਤੂਤਾਂ ਦਾ ਲੇਖਾ ਨਿਬੜੇ ਜਾਂ ਸਾਫ਼ ਹੋਣ ਤੇ ਫਿਰ ਮਨ ਜੋਤ ਸਰੂਪ ਬਣ ਜਾਂਦਾ। ਕਰਮਾਂ ਦੀ ਖੇਡ ਨਾਲ ਜੇ ਕਰਮਾਂ ਦਾ ਫਲ ਨਾ ਵੱਢਣ, ਇਹ ਕਰਮ ਦਾ ਫਲ ਨਹੀਂ ਮਿਟਦਾ। ਇੱਕ ਕੋਈ ਵੀ ਕਰਮ ਕਰ ਲਓਗੇ ਉਹਦਾ ਫਲ ਤੁਸੀਂ ਵੱਢੋਗੇ। ਨੇਕ ਕੰਮ ਕਰੋਗੇ ਨੇਕ ਫਲ ਮਿਲੇਗਾ। ਇਹ ਕੋਈ ਸਪਿਰਿਚੁਅਲਿਜ਼ਮ ਦੇ ਵਿੱਚ ਐਸੇ ਰੂਲ ਹੈ ਜਿਹੜੇ ਚੜ੍ਹ ਰਹੇ ਆ ਔਰ ਮੰਨਣੇ ਪੈਣੇ ਆ ਕਿ ਵਾਕਈ ਜੋ ਕਰਾਂਗੇ ਸੋ ਭਰਾਂਗੇ, ਜੋ ਬੀਜਾਂਗੇ ਸੋ ਵੱਢਾਂਗੇ। ਇਸ ਕਰਕੇ ਉਹ ਜਿਹੜਾ ਉਹਦਾ ਅਸਰ ਮਨ 'ਤੇ ਪੈਂਦਾ। ਮਨ ਕੋਈ ਚੀਜ਼ ਨਹੀਂ ਹੈ। ਮਨ ਸਾਡੇ ਖਿਆਲਾਂ ਵਿਚਾਰਾਂ ਦਾ ਸਾਰਾ ਜੇ ਬਣਿਆ ਸਾਰਾ ਮੈਲਾ ਉਹਦੇ ਤਕੜਾ ਹੋ ਗਿਆ। ਇਹਦੀ ਸ਼ਕਲ ਭੈੜੀ ਹੋ ਗਈ। ਮੈਲਾ ਸਾਰੇ ਸ਼ਬਦ ਜ਼ਿਆਦਾ ਮੰਨ ਰਹੇ, ਤੂੰ ਆਹ ਕਿਉਂ ਕਰਦਾ ਮੰਨ ਰਹੇ। ਮਨ ਨੂੰ ਜ਼ਿਆਦਾ ਸਮਝਾਇਆ ਕਿਉਂਕਿ ਮਨ ਹੀ ਸਭ ਤੋਂ ਭੈੜੀ ਚੀਜ਼ ਅੰਦਰ ਬਦਲਣਾ ਹੈ। ਆਤਮਾ ਅੰਦਰ ਹੈ, ਉਹ ਕੈਦ ਹੈ। ਕਿਹਦੇ ਨਾਲ ਮਨ ਹੈ, ਨਾਲ ਉਹਦੀਆਂ ਕਰਤੂਤਾਂ ਹੈ, ਨਾਲ ਉਹਦੇ ਨਾਲ ਸੂਖਸ਼ਮ ਬੌਡੀ ਹੈ ਜਿਹੜੀ ਹਰ ਜੂਨ 'ਚ ਸੂਖਸ਼ਮ ਬੌਡੀ ਨਾਲ ਹੀ ਰਹਿੰਦੀ, ਪਰ ਬਾਹਰਲੀ ਬੌਡੀ ਬਦਲ ਜਾਂਦੀ ਜਦੋਂ ਲਿਫਾਫਾ ਬਾਹਰਲਾ ਬਦਲ ਦੇਗੀ। ਐਨਵਲ ਬੰਦਾ ਤਾਂ ਬੰਦੇ ਦਾ ਜਨਮ ਮਿਲਿਆ, ਆਲੇ ਦੁਆਲੇ ਦਾ ਲਿਫਾਫਾ ਬੰਦੇ ਦਾ ਸਰੀਰ ਬਣ ਗਿਆ। ਲੇਕਿਨ ਮਨ ਅੰਦਰ ਉਹ ਹੈ, ਆਤਮਾ ਉਹੀ ਹੈ, ਕੈਦ ਹੈ ਦੀ ਔਰ ਸੂਖਸ਼ਮ ਬੌੜੀ ਹੈ। ਕਿਉਂਕਿ ਆਹ ਬੌੜੀ ਤੇ ਸਾੜ ਦਿੰਦੇ ਹੈ। ਇਹ ਧਰਮਰਾਜ ਫਿਰ ਬਾਜਾਂ ਕਿਹਨੂੰ ਮਾਰਦਾ, ਪਛਾਣਦਾ ਕਿੱਦਾਂ ਵੀ ਆਹ ਸ਼ੰਕਰ ਸਿੰਘ ਫਲਾਣਾ ਸਿੰਘ, ਆਹ ਫਲਾਣੀ ਦੀ ਰੂਹ ਹੈ। ਉਹ ਵੀ ਸੂਖਸ਼ਮ ਬੌੜੀ ਆਲੇ ਦੁਆਲੇ ਉਹ ਸਾਡੇ ਕੋਲ ਹੋਣ ਦੀ ਅੰਦਰ ਹੈ। ਆਮ ਵੱਡਾ ਸਵਾਲ ਅੱਜ ਕੱਲ੍ਹ ਪੜ੍ਹਿਆਂ ਲਿਖਿਆਂ ਦਾ ਜਾਂ ਸਾਰਿਆਂ ਦੇ ਹੁੰਦਾ ਜੀ, ਜਾਂ ਬੌਡੀ ਤਾਂ ਇੱਥੇ ਰਹਿ ਜਾਂਦੀ ਹੈ ਤੇ ਗਾਂ ਜਮਦੂਤ ਕਾਹਦੇ ਮੋਹਲਿਆਂ ਨੂੰ ਕੁੱਟਦੇ। ਅੱਗੇ ਜੋ ਕਹਿੰਦੇ ਕੁੱਟਾਂ ਪੈਂਦੀਆਂ ਫੜਾ ਮਾਰ ਹੁੰਦੇ ਹੈ, ਆਹ ਬੌਡੀ ਤਾਂ ਇੱਥੇ ਰਹਿ ਜਾਂਦੀ ਹੈ। ਇਹ ਐਸੇ ਸਵਾਲ ਹੈ ਜਿਹੜੇ ਪੜ੍ਹੇ ਲਿਖੇ ਲੋਕਾਂ ਕਰਦੇ ਆ ਔਰ ਕਰਨੇ ਚਾਹੀਦੇ ਹੈ। ਇਹ ਚੀਜ਼ ਸਮਝ ਨਹੀਂ ਆਉਣੀ ਉਹਦੇ 'ਚ। ਬਾਬਾ ਅਤਰ ਸਿੰਘ ਜੀ ਐਡੇ ਵੱਡੇ ਨਾਮ ਅਭਿਆਸੀ ਸੀ, ਉਹਨਾਂ ਨੂੰ ਕਾਲਜ ਦੇ ਮੁੰਡੇ ਤੁਰੇ ਫਿਰ ਸਾਰੇ ਕਹਿੰਦੇ ਬਾਬਾ ਜੀ ਤੁਸੀਂ ਏਕਾਂ ਲਾ ਸ਼ਬਦ ਪੜ੍ਹ ਰਹੇ ਹੋ ਵੀ ਅੱਗੇ ਜਮਾ ਹੈ ਫਲਾਣਾ ਹੈ, ਤੂੰ ਕਹਾ ਆਹ ਬੌਡੀ ਤੇ ਇੱਥੇ ਰਹਿ ਜਾਂਦੀ ਤੇ ਅੱਗੇ ਮੋਹਲੇ ਕਾਹਦੇ ਨੂੰ ਕਿਹਨੂੰ ਕੁੱਟਦੇ ਸੱਟਦੇ। ਉਹ ਬਾਬਾ ਜੀ ਨੇ ਬੜਾ ਸਿੱਧਾ ਜਵਾਬ ਦਿੱਤਾ। ਮੇਰੇ ਬਾਪੂ ਜੀ ਉਹਨਾਂ ਦੇ ਸਮਕਾਲੀ ਸੀ ਤੇ ਉਹਨਾਂ ਦੀਆਂ ਗੱਲਾਂ ਹੁੰਦਾ। ਕਹਿੰਦੇ ਕਾਕਾ ਜੇ ਤੇਰੀ ਬਾਂਹ ਵੱਢਣੀ ਹੋਏ ਗੁੱਟ ਤੋਂ ਸਾਰੀ ਔਰ ਤੇਰਾ ਹੱਥ ਪਰਾਂ ਕਰਨਾ ਹੋਏ ਤੈਨੂੰ ਦੁੱਖ ਲੱਗੇਗਾ। ਕਹਿੰਦੇ ਬਾਬਾ ਜੀ ਬੜਾ ਦੁੱਖ ਲੱਗੂ। ਕਹਿੰਦੇ ਤੇਰੀ ਇੱਕ ਉਂਗਲੀ ਖਰਾਬ ਹੋਈ ਆ, ਉਹਨਾਂ ਨਾਲ ਆਪਰੇਸ਼ਨ ਕਰਨਾ ਤੇ ਤੈਨੂੰ ਦੁੱਖ ਲੱਗੇਗਾ। ਕਹਿੰਦਾ ਹਾਂਜੀ। ਕਹਿੰਦੇ ਜੇ ਤੈਨੂੰ ਸ਼ੀਸ਼ੀ ਸੰਘਾ ਦੀਏ, ਪਹਿਲਾਂ ਸ਼ੀਸ਼ੀ ਸੰਘਾਉਂਦੇ ਹੁੰਦੇ ਬੇਹੋਸ਼, ਕਿ ਜੇ ਤੈਨੂੰ ਸ਼ੀਸ਼ੀ ਸੰਘਾ ਦੀ, ਕਹਿੰਦੇ ਬਾਬਾ ਜੀ ਫਿਰ ਤੇ ਭਾਵੇਂ ਸਾਰਾ ਵੱਢੀ ਚੱਲੋ। ਕਹਿੰਦਾ ਫਿਰ ਕਾਇਆ ਦੀ ਉਹੀ ਹੈ, ਸਰੀਰ ਦੀ ਉਹੀ ਹੈ, ਵੱਢਦੇ ਵੀ ਉਹਨੂੰ, ਉਹਨੂੰ ਦੁੱਖ ਕਿਉਂ ਨਹੀਂ ਲੱਗਦਾ ਜਿਵੇਂ ਸ਼ੀਸ਼ੀ ਸੰਘਾ ਦਿੰਦੇ। ਕਿਸੇ ਕੋਲ ਵੀ ਨਹੀਂ ਜਵਾਬ। ਇਹ ਨਾਮ ਅਭਿਆਸੀਆਂ ਕੋਲ ਜਵਾਬ ਹੈ ਕਿਉਂਕਿ ਉਹਨੂੰ ਆਪਣੀ ਅੰਦਰ ਸੂਖਸ਼ਮ ਕਾਇਆ ਦੇਖ ਲੈਂਦੇ ਵੀ ਅੰਦਰ ਇੱਕ ਕਾਇਆ ਜਿਹਨੂੰ ਦੁੱਖ ਸੁੱਖ ਲੱਗਦਾ। ਉਹ ਕਹਿੰਦਾ ਪੁੱਤਰ ਉਹੀ ਜਿਹੜੀ ਸੂਖਸ਼ਮ ਕਾਇਆ ਅੰਦਰ ਹੈ ਇਹ ਇੱਥੇ ਰਹਿ ਜਾਂਦੀ ਹੈ, ਇਹਦੇ ਦੁੱਖ ਇਹਦੇ ਦੁੱਖ ਨਹੀਂ ਲੱਗਦਾ। ਹਰ ਵੇਲੇ ਅੰਦਰ ਦੀ ਕਾਇਆ ਅੰਦਰ ਨੂੰ ਦੁੱਖ ਲੱਗਦਾ। ਇਹਦੇ ਵਡੋਰੀ ਹੈ ਜੋ ਸ਼ੀਸ਼ੀ ਸੰਘਾ ਦਿੰਦੀ ਆ ਤੇ ਇਹਨੂੰ ਨਹੀਂ ਲੱਗਦਾ ਦੁੱਖ। ਕਹਿੰਦੇ ਇਹਦਾ ਕਨੈਕਸ਼ਨ ਤੋੜ ਦਿੰਦਾ, ਜਿਹੜਾ ਉਹਦੀ ਹੋਸ਼ ਗੁੰਮ ਹੋ ਜਾਂਦੀ ਹੈ, ਉਹਨਾਂ ਮਾਲ ਸੁੰਨ ਹੋ ਜਾਂਦਾ ਕਿ ਅੰਦਰ ਦੀ ਸੂਖਸ਼ਮ ਕਾਇਆ ਅਵਤਰੀ ਜਿੰਨੀ ਮਰਜ਼ੀ ਵੱਢੀ ਚੱਲੋ। ਕਹਿੰਦੇ ਜਿਸ ਵੇਲੇ ਮੌਤ ਸੀੜੀਆਂ 'ਤੇ ਮੁਰਦਾ ਰੱਖ ਦਿੰਦੇ ਆ, ਸੜ ਜਾਂਦਾ, ਉਹਦੇ ਨਾਲ ਹੁਣ ਚੀਜ਼ਾਂ ਜਾਂਦੀਆਂ ਜਿਹੜੀਆਂ ਕਿ ਜਨਮਾਂ ਤੋਂ ਕਦੀ ਕੋਈ ਜੂਨ 'ਚ ਚਲੇ ਜਾਂਦੀਆਂ, ਕਦੀ ਕਿਸੇ ਬਾਹਰਲਾ ਲਿਫਾਫਾ ਬਦਲਦਾ। ਇਨਸਾਨ 'ਚ ਆ ਗਏ ਤੇ ਇਨਸਾਨ ਦੀ ਜੂਨ ਮਿਲ ਗਈ, ਕਬੂਤਰ 'ਚ ਚਲੇ ਗਏ ਕਬੂਤਰਾਂ ਦੀ ਜੂਨ, ਸੱਪ 'ਚ ਚਲੇ ਗਏ ਸੱਪਾਂ ਦੀ ਜੂਨ। ਉਹ ਜੂਨਾਂ 'ਚ ਪਾਉਂਦੇ ਆ ਕਿ ਉਹ ਪਹਿਲਾਂ ਜਾਂਦੀ ਹੈ ਧਰਮਰਾਜ ਦੇ ਮਰਨ ਤੋਂ ਬਾਅਦ, ਉੱਥੇ ਫੈਸਲਾ ਹੁੰਦਾ ਵੀ ਇਹਦੇ ਆਹ ਕਰਮ ਹੈ। ਤੇ ਉੱਥੇ ਕੋਈ ਧਰਮਰਾਜ ਇਹ ਨਹੀਂ ਵੀ ਕੋਈ ਪਰਮਾਨੈਂਟ ਹੈਡਕੁਆਟਰ ਹੈ ਜਾਂ ਜੋ ਉੱਥੇ ਕਚਹਿਰੀਆਂ ਲੱਗਦੀਆਂ ਸਦਾ ਦੀ ਹੈ ਉਹ ਸਾਰਾ ਨਹੀਂ। ਉੱਥੇ ਕੋਈ ਠਹਿਰ ਨਹੀਂ ਸਕਦੀ ਰੂਹ।
ਉੱਥੋਂ ਗਾਂ ਦੈਟ ਇਜ਼ ਏ ਟ੍ਰਾਂਜ਼ੀਸ਼ਨ ਕੈਂਪ। ਜਿੱਥੇ ਜਾ ਕੇ ਹੁੰਦਾ ਜਿੱਦਾਂ ਉਹ ਟ੍ਰਾਂਜ਼ਿਟ ਹੁੰਦੀਆਂ ਗਾਂ, ਫਿਰ ਜਿੱਦਾਂ ਫਲਾਈਟਾਂ ਚੱਲਦੀਆਂ, ਉਹ ਧਰਮ ਰਾਜ ਦੇ ਉੱਥੇ ਠਹਿਰ ਨਹੀਂ ਸਕਦੇ। ਉੱਥੇ ਸਜ਼ਾਵਾਂ ਜੋ ਵੀ ਚੀਜ਼ ਕਰਮਾਂ ਦੇ ਮੁਤਾਬਕ ਹੁੰਦੀ, ਉਹ ਫਿਰ ਉਸ ਜੂਨ ਨੂੰ ਉਹ ਲਿਫਾਫਾ ਦੇ ਕੇ ਭੇਜ ਦਿੰਦੇ ਐਨ ਕਰਮਾਂ ਦੇ ਮੁਤਾਬਕ ਐਕਸ਼ਨ ਜੋ ਕੀਤੀ। ਕਦੇ ਕਹਿੰਦੇ ਨਾ ਜੋ ਕਰਤੂਤ ਕੀਤੀ ਉਹਦਾ ਫਲ ਤੈਨੂੰ ਭੁਗਤਣਾ, ਲੇਖਾ ਰੱਬ ਮੰਗੇਸੀਆ। ਔਰ ਜਿਹੜਾ ਤੂੰ ਕਰੇਂਗਾ, ਜੇ ਇਹ ਕੰਟਰੋਲ ਨਾ ਹੋਵੇ ਤਾਂ ਸਾਰੀ ਦੁਨੀਆ ਗਰਕ ਹੋ ਜਾਏ। ਇਹਦੇ ਭਾਈ ਸਬਜ਼ੀ ਘੜੀ 'ਚ ਜੇ ਪੁਲਿਸ ਨਾ ਹੋਵੇ ਤਾਂ ਸਾਨੂੰ ਤਾਂ ਘਰ ਕੋਲ ਰਹਿਣ ਹੀ ਨਾ। ਇਹ ਜਦੋਂ ਸਾਰੀਆਂ ਚੀਜ਼ਾਂ ਸਾਡੀ ਸੇਫਲੀ ਬਣਾਈ ਗਈਆਂ। ਔਰ ਜਿਸ ਵੇਲੇ ਉਹ ਸੂਖਸ਼ਮ ਕਾਇਆ ਗਈ ਨਾਲ, ਉਹ ਹੁਣ ਉਹਨੂੰ ਪਤਾ ਵੀ ਇਹ ਮੇਰੇ ਅੰਦਰ ਆਤਮਾ ਲਹਿਦਾ ਹੈ, ਮਨ ਮੇਰਾ ਹੈ, ਮੇਰੀਆਂ ਕਰਤੂਤਾਂ ਨਾਲ ਉਹ ਸੂਖਸ਼ਮ ਉਹਦੀ ਸੈਪਰੇਟ ਜਿਹੜੀ ਇੰਡੀਵਿਜੂਅਲਿਟੀ ਹੈ, ਉਹ ਕਿਹੜਾ ਬੰਦਾ, ਉਹ ਫਿਰ ਉਸ ਨੂੰ ਹਾਕਾਂ ਪੈਂਦੀਆਂ ਅਤੇ ਉਹ ਫਿਰ ਗਾਂਹ ਜਾਂਦੀ ਹੈ ਆਪਣੀ ਸੂਖਸ਼ਮ ਬਾਡੀ ਦੇ ਨਾਲ। ਇਹ ਸੂਖਸ਼ਮ ਬਾਡੀ ਜਿਹੜੀ ਹੈ ਨਾ, ਹੁਣ ਤਾਂ ਬਾਹਰਲੇ ਵੈਸਟਰਨ ਹੈਮੀਸਫੀਅਰ 'ਚ ਜਿੰਨੀਆਂ ਵੀ ਮੁਲਕ ਐਡਵਾਂਸ ਨੇ, ਉਹਨਾਂ ਨੂੰ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਭੂਤਾਂ ਨੂੰ ਵੀ ਉਹ ਸੂਖਸ਼ਮ ਕਾਇਆ ਹੁੰਦੀ ਹੈ। ਉਹ ਮਰਦੇ ਦਿਖਾੜਦੇ ਹੈ ਕਿ ਜਿਹੜਾ ਅੱਛਾ ਬੰਦਾ ਮਰਿਆ ਹੋਵੇ, ਉਹਦੀ ਜਿਹੜੀ ਰੂਹ ਹੁੰਦੀ ਉਹ ਚਮਕਦੀ ਜਾਂਦੀ ਹੈ, ਉਹ ਸੂਖਸ਼ਮ ਬਾਡੀ ਲੋ ਹੁੰਦੀ ਉਹਦੀ। ਅਗਲੀ ਚੀਜ਼ ਹੈ, ਲੇਕਿਨ ਉਹਨਾਂ ਦਾ ਲੈਵਲ ਹੋਰ ਹੈ, ਬਹੁਤ ਨੀਵਾਂ। ਸਾਡੇ ਬਹੁਤ ਗਾਂਹ ਤੱਕ ਇਹ ਚੀਜ਼ਾਂ ਦੱਸੀਆਂ ਸਾਰੀਆਂ। ਤਾਂ ਜਿਹੜਾ ਵੀ ਦੁੱਖ ਲੱਗਦਾ ਹੈ, ਕਿਹਨੂੰ ਲੱਗਾ? ਹਾਂ, ਕਿਉਂਕਿ ਸੂਖਸ਼ਮ ਕਾਇਆ ਵੀ ਮਨ ਜਿਹੜਾ ਅੰਦਰ ਹੈ ਉਹਦੇ ਅੰਦਰ ਹੈ, ਔਰ ਉਹਦੇ 'ਚ ਆਤਮਾ ਕੈਦ ਹੈ। ਇਸ ਆਤਮਾ ਨੂੰ ਲਿਬਰੇਟ ਕਰਨਾ, ਮੁਕਤ ਕਰਨਾ, ਆਜ਼ਾਦ ਕਰਨਾ ਹੀ ਮੁਕਤੀ ਹੈ। ਜਿਹਨੂੰ ਸਾਲਵੇਸ਼ਨ ਕਹਿੰਦੇ, ਜਿਹਨੂੰ ਨਿਜਾਤ ਹਾਸਲ ਕਰਨਾ ਕਹਿੰਦੇ। ਉਹਨੂੰ ਇਹ ਜਿਹੜੀ ਸਾਡੀ ਆਤਮਾ ਹੈ, ਜੀਂਦੇ ਜੀ ਸਾਡੇ ਆ ਵੀ ਜੀਂਦੇ ਜੀ ਨੂੰ, ਆਤਮਾ ਨੂੰ ਅੰਦਰ ਦੇਖਣ ਦੀ ਕੋਸ਼ਿਸ਼ ਕਰੋ। ਜਿਸ ਬੰਦੇ ਨਾਲ ਆਤਮਾ ਆਪਣੇ ਅੰਦਰ ਨਹੀਂ ਉਹਨੂੰ ਨਜ਼ਰ ਆਈ, ਉਹਦੀ ਸਾਡੀ ਭਗਤੀ ਦੀ ਲੈਵਲ ਬਹੁਤ ਨੀਵਾਂ ਹੈ। ਇਹ ਅੰਦਰ ਆਤਮਾ ਹੈ ਦਿਸ ਪੈਂਦੀ, ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਿੱਤਾ ਹੈ ਵੀ ਉਹਨਾਂ ਨੂੰ ਤੱਤੀਆਂ ਤਵੀਆਂ 'ਤੇ ਜੋ ਸਾਰਾ ਉਹਨਾਂ ਦਾ ਸ਼ਬਦ ਹੈ, ਪਹਿਲਾਂ ਹੀ ਉਹਨਾਂ ਨੂੰ ਲਿਖਤਾ ਵੀ ਜਿਹੜੀ ਆਤਮਾ ਨਾ ਬੁੱਢੀ ਹੁੰਦੀ ਨਾ ਮਰਦੀ ਹੈ, ਮੈਂ ਕਿਉਂ ਡਰਾਂ? ਨਾ ਉਹਨੂੰ ਭੁੱਖ ਹੈ ਨਾ ਪਿਆਸ ਹੈ, ਨਾਲੇ ਸਾਰੇ ਆਤਮਾ ਕੀ ਹੈ? ਰੱਬ ਹੀ ਹੈ। ਪਾਰਮ ਆਤਮਾ ਨਾਲੋਂ ਆਤਮਾ ਵਿਛੜੀ, ਇਹਦਾ ਗੋਲ ਇਹ ਹੋਈ ਹੈ ਵੀ ਫਿਰ ਪਰਮ ਆਤਮਾ 'ਤੇ ਚਲੇ ਜਾਣ, ਪਰ ਪਰਮਾਤਮਾ ਨਹੀਂ ਹੈ। ਕਿਉਂਕਿ ਇਹ ਕਤਰਾ ਸਮੁੰਦਰ 'ਚ ਡਿੱਗਦਾ ਹੈ, ਉਹ ਸਮੁੰਦਰ ਰੂਪ ਹੋ ਜਾਂਦਾ ਹੈ, ਪਰ ਸਮੁੰਦਰ ਨਹੀਂ ਕਹਿ ਸਕਦਾ। ਇਸੇ ਕਰਕੇ ਜਿਹੜੇ ਸਾਡੇ ਪਹੁੰਚੇ ਗੁਰੂ ਭਗਤ, ਉਹ ਸਦਾ ਗਰੀਬ ਹੀ ਰਹਿੰਦੇ ਵੀ ਸਾਹਿਬ ਬਹੁਤ ਵੱਡਾ, ਉਹ ਆਤਮਾ, ਉਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ, ਅਸੀਂ ਉਹਦੇ 'ਚ ਮਿਲਣਾ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਆਜ਼ਾਦ ਕਰਨਾ, ਮਨ ਨੂੰ ਜਿਹੜਾ ਆਜ਼ਾਦ ਕਰਨਾ ਜਾਂ ਉਹਨੂੰ ਜੋਤ ਸਰੂਪ ਬਣਾਉਣਾ, ਔਰ ਆਤਮਾ ਨੂੰ ਅੰਦਰ ਦੇਖਣਾ, ਇਹ ਤੇਰੇ ਕਰਮਾਂ ਦਾ ਫੈਸਲਾ ਹੈ। ਜੇ ਕਰਮ ਹੌਲੀ ਹੌਲੀ ਕਰਮ ਜਿਹੜੇ ਹੈ, ਇੱਕੋ ਚੀਜ਼ ਨਾਲ ਬੰਦਾ ਇਹਨਾਂ ਦਾ ਫਲ ਨਾਸ਼ ਕਰ ਸਕਦਾ। ਗੁਰੂ ਬਾਬਾ ਨਾਨਕ ਕਹਿੰਦਾ, ਜਨਮ ਜਨਮ ਕੇ ਪਾਪ ਕਰਮ ਕਿ ਉਹ ਕਾਟਨ ਹਾਰਾ ਲਿਜੈ, ਉਹ ਹੈ ਔਖਦ ਮੰਤਰ ਮੂਲ ਮਨ ਏਕੋ ਜੇਕਰ ਦ੍ਰਿੜ ਚਿੱਤ ਕੀਜੈ। ਬਾਬਾ ਨੇ ਕਹਿੰਦਾ ਕਰਮ ਦਾ ਤੈਨੂੰ ਭੋਗਣਾ ਪੈਣਾ ਫਲ। ਜੇ ਤੂੰ ਇਹਨਾਂ ਨੂੰ ਨਾਸ਼ ਕਰਨਾ ਚਾਹੁੰਦਾ ਹੈ ਤੇ ਪਰਮੇਸ਼ਰ ਦੇ ਨਾਮ 'ਚ ਹੀ ਤਾਕਤ ਹੈ, ਹੋਰ ਕਿਸੇ ਦੁਨੀਆ 'ਚ ਤਾਕਤ ਨਹੀਂ ਵੀ ਕਰਮਾਂ ਨੂੰ ਮਿਟਾ ਦੇ। ਉਹ ਜਿਹੜਾ ਕਰਮ ਕੀਤਾ ਅਸੀਂ, ਉਹਦਾ ਫਲ ਭੁਗਤਣ ਲਈ ਹੀ ਸਾਰੀਆਂ ਫਿਰ ਅੱਗੇ ਉਹ ਸਾਰਾ ਹੁੰਦਾ। ਅਸੀਂ ਬਹੁਤਾ ਉੱਧਰ ਨਹੀਂ ਡਿਟੇਲ 'ਚ ਜਾਣਾ, ਅਸੀਂ ਇਹਦੇ ਅੜਾ ਰਹੇ ਹਾਂ ਵੀ ਦੁੱਖ ਕਿਹਨੂੰ ਲੱਗਦਾ ਹੈ। ਹੁਣ ਵੀ ਸਾਨੂੰ ਦੁੱਖ ਨਹੀਂ, ਦੁੱਖ ਕੀ ਹੈ? ਦੁੱਖ ਮਨ ਨੂੰ ਲੱਗਦਾ ਹੈ। ਆਹ ਬਾਡੀ ਤਾਂ ਮੈਟਰ ਹੈ। ਦੁੱਖ ਸੁੱਖ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਸੋਲਿਡ ਹੈ, ਮਟੀਰੀਅਲ ਹੈ। ਦੁੱਖ ਸੁੱਖ ਵੀ ਸਪਿਰਿਚੁਅਲ ਹੈ। ਜਿਹੜਾ ਦੁੱਖ ਲੱਗਣਾ ਹੈ, ਹੁਣ ਬੰਦਾ ਘਰ ਇਕੱਲਾ ਬੈਠਾ ਹੁੰਦਾ, ਅਗਲਾ ਹੁੰਦਾ, ਕਹਿੰਦੇ ਯਾਰ ਤੂੰ ਕਿੱਦਾਂ ਬੈਠਾ ਇਕੱਲਾ ਹੀ? ਉਹ ਕਹਿੰਦੇ ਯਾਰ ਬੱਚੇ ਚਲੇ ਗਏ ਪੇਕਿਆਂ ਦੇ, ਕੁੜੀ ਘਰੋਂ
ਵਾਈਫ ਉੱਧਰ ਗਈ ਹੈ, ਜੀ ਨਹੀਂ ਲੱਗਦਾ। ਜੀ ਤਾਂ ਸਾਡਾ ਉਹੋ ਹੀ ਹੈ, ਸਭ ਕੁਝ ਤਾਂ ਉਹੋ ਹੀ ਹੈ। ਔਰ ਫਿਰ ਉਹ ਦੁੱਖ ਤਕਲੀਫ ਵਿਛੋੜਾ ਮਹਿਸੂਸ ਕਰਦਾ, ਦੁੱਖ ਲੱਗਦਾ ਉਹਨੂੰ, ਔਰ ਫਿਰ ਸਾਰਾ ਡੀਕਦਾ ਵੀ ਕਦੋਂ ਹੋਣ, ਜਦੋਂ ਉਹ ਕਦੋਂ ਹੋਣ, ਫਿਰ ਉਹ ਖੁਸ਼ੀ 'ਚ ਆ ਜਾਂਦਾ। ਇਹ ਜਿਸਮ ਨੂੰ ਥੋੜ੍ਹੀ ਹੁੰਦੀ ਸਾਰੀ, ਇਹ ਸਾਰਾ ਮਾਨ ਹੀ ਹੈ। ਇਸ ਕਰਕੇ ਐਸੀਆਂ ਉੱਚ ਉਡਾਰੀਆਂ ਔਰ ਉੱਚ ਚੀਜ਼ਾਂ ਸਪਿਰਿਚੁਅਲ, ਜਿਹਨੂੰ ਆਮ ਜਿਹੜਾ ਆਮ ਲੈਵਲ ਦਾ ਬੰਦਾ ਹੋਏ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦਾ। ਇਹ ਇੰਟੈਲੀਜੈਂਟ ਬੰਦਾ ਹੀ ਸਵਾਲ ਕਰੂਗਾ ਜੀ ਮਰਨ ਤੋਂ ਬਾਅਦ ਸਰੀਰ ਤੇ ਇੱਥੇ ਰਹਿ ਜਾਂਦਾ, ਕਿਹੜੀ ਕਿਹੜੀ ਚੀਜ਼ ਨਾਲ ਜਾਂਦੀ। ਦੇਖੋ ਉਹ ਜਿਹੜੀ ਚੀਜ਼ ਹੈ ਉਹ ਕੈਦ ਹੈ। ਸਾਡਾ ਜਿਹੜਾ ਗਿਆਨ ਸਾਰਾ ਕਹਿੰਦਾ ਤੂੰ ਜੀਵਨ ਮੁਕਤ ਹੋਣਾ, ਜੀਂਦੇ ਜੀ ਆਪਣੀ ਆਤਮਾ ਦੇ ਦਰਸ਼ਨ ਕਰ, ਇੰਨਾ ਭਜਨ ਕਰ, ਤੈਨੂੰ ਅੰਦਰ ਆਤਮਾ ਦੱਸਣਾ ਪਿਆ ਹੈ। ਉਹਨੂੰ ਆਤਮਾ ਨੂੰ ਦੇਖਣਾ, ਜੋਤ ਅੰਦਰ ਲਾਏ, ਜੋਤ ਪ੍ਰਗਟ ਹੋਈ ਹੁੰਦੀ। ਇਹ ਐਸੀਆਂ ਚੀਜ਼ਾਂ ਜਿਹੜੀਆਂ ਕਿ ਐਕਸਪੈਰੀਮੈਂਟ ਕਰਕੇ ਗੁਰੂਆਂ ਭਗਤਾਂ ਨਾਲ ਸਾਨੂੰ ਸ਼ਬਦ ਦਿੱਤੇ। ਭਾਈ ਆਹ ਦੇਖੋ, ਮਨ ਜਿੰਨੀ ਚਿਰ ਅੰਦਰ ਖੜਾ ਨਹੀਂ ਨਾ ਹੁੰਦਾ, ਡੋਲਦਾ ਰਹਿਣਾ ਸਦਾ ਹੀ। ਔਰ ਜਿਹੜਾ ਡੋਲਣ ਵਾਲਾ ਮਨ ਆ ਉਹਨੂੰ ਜੰਮ ਜ਼ਰੂਰ ਲਿਜਾਣ, ਉਹਦਾ ਹਾਲੀ ਕੱਖ ਨਹੀਂ ਬਣਿਆ। ਦੇਖੋ ਅਸੀਂ ਇੱਕ ਸਲੋਕ ਦੇਣ ਲੱਗੇ, ਜਦੋਂ ਕਿਤੇ ਮਹਿਨਾ ਨਹੀਂ ਤੁਹਾਨੂੰ ਮਿਲੇਗਾ, ਬਾਬੇ ਫਰੀਦ ਦੀ ਬਾਣੀ ਦਾ। ਉਹ ਹੈ ਭਈ बेड़ा बंध न सकियो बंधन की वेला, हाथ न लाए कसम बड़े जल जासी टोला। अखीरली आउंदी है हंस चल सी डुमना, ए तन ढेरी थीसी, कहे फरीद सहेलियो शौ अलाए सी। जेड़ा मन है ਇਹਨੂੰ ਅਸੀਂ ਕਦੀ ਖੜਨ ਇਸ ਬੰਨੇ ਕਦੀ ਆਏ ਨਹੀਂ। ਅਸੀਂ ਸਿੱਖੀ ਮਨ ਵੀ ਖੜਾ ਕਰਨਾ, ਇਹ ਸਦਾ ਡੋਲ ਰਹੇ ਅੰਦਰ, ਜਿੱਦਾਂ ਪੜੀ ਤੇ ਮਰਕਰੀ ਰੱਖ ਦੋ ਪਾਰਾ ਖੜਕਦਾ। ਜਿੱਦਾਂ ਮੱਛੀ ਹੈ ਉਹ ਇੱਕ ਆਪਣਾ ਸਰਾਈ ਸ਼ੀਸ਼ੇ ਦੀ ਚ ਪਾ ਕੇ ਇੱਕ ਰੰਗਦਾਰ ਮੱਛੀ ਛੱਡ ਦੋ, ਸਦਾ ਹਿੱਲਦੀ ਰਹੋ। ਇੱਦਾਂ ਬਾਬਾ ਨਾਨਕ ਕਹਿੰਦਾ ਮੀਨ ਕੀ ਚੱਪਲ ਸਿਓ ਜੁਗਤੇ ਮਨ ਰੱਖੀਏ, ਉੜੇ ਨਾ ਹੰਸ ਨਾ ਕੰਧ ਛੀਜੇ। देखो कितना बड़ा क्या कहना मन मीन की चपल, वो चपल होंगी है जिदा न्याणा हिलदा रहिंदा, कदी नहीं बैठ, इदा मन साडा हिलदा रहिंदा, डोलदा रहिंदा। ये डुमना है, डोलदा है, इनू खड़ा कीता नहीं, इहदे आले दुआले जम हो गए। जिदा मन डोलदा है और वो मर गया है गां, उहनूं जम ले जांदे। जिदा मन खड़ा हो गया उहदे लागे नहीं होंदे। हंस चल सी डुमना तो मीन की चपल स्यों। बाबा नानक कहता ये बड़ा चपल होया मन है, चल रहा तेरा। इनू सारी फिलासफी गुरु सारी स्पिरिचुअलिज्म की है मन नू खड़ा करना, इनू जोत स्वरूप बनाना अंदर ही। तो मीन की चपल स्यों कोई जुगतकार इनू खड़े करन दी। मीन की चपल से जुगते मन राखिए, तेरा फिरा उड़े ना हंस। ਇਹਨੂੰ ਹੰਸ ਵੀ ਕਿਹਾ, ਲਾਈਫ ਵੀ ਕਿਹਾ, ਜਦੋਂ ਮਰ ਜਾਂਦਾ ਬੰਦਾ ਜਿਹੜੀ ਚੀਜ਼ ਗਾਂਹ ਜਾਂਦੀ, ਸੋਲ ਵੀ ਕਿਹਾ, ਸਾਰੀਆਂ ਦਾ ਮਜਬੂਆ ਹੰਸ ਕਹਿ ਦਿੱਤਾ ਵੀ ਹੰਸ ਗਾਂਹ ਜਾਂਦਾ। ਉਡੇ ਨਾ ਹੰਸ, ਇਹ ਤੇਰਾ ਮਨ ਜਿਹੜਾ ਉੱਡ ਉੱਡ ਬਾਹਰ ਜਾਂਦਾ, ਜੀਂਦੇ ਜੀ ਵੀ ਸਾਰਾ ਤੇਰਾ ਸਰੀਰ ਕਮਜ਼ੋਰ ਹੋ ਰਿਹਾ। ਇਹਦਾ ਮਨ ਅੰਦਰ ਡੋਲਦਾ ਹੋਏ ਉਹ ਕਦੀ ਹੈਲਦੀ ਨਹੀਂ ਹੁੰਦਾ ਬੰਦਾ, ਨਾ ਉਹਨੂੰ ਸ਼ਾਂਤੀ ਆਉਂਦੀ ਹੈ, ਬਲੱਡ ਪ੍ਰੈਸ਼ਰ ਸਦਾ ਰਹੇਗਾ। मीन की चपल स्यों जुगते मन राखिए, उड़े ना हंस ਨਾ ਕੰਧ ਕਹਿੰਦੇ ਆ ਜਿਸਮ ਨੂੰ। ਤੇਰੀ ਕੰਧ ਕਦੀ ਕਮਜ਼ੋਰ ਨਹੀਂ ਹੋਈ। ਤਦੇ ਸਰਟੀਫਾਈ ਸਾਡਾ ਗਿਆਨ ਕਰਦਾ ਵੀ ਗੁਰਮੁਖੇ ਬੁੱਢੇ ਨਾ ਥੀਏ ਜਿਨ ਅੰਦਰ ਸੁਰਤ ਗਿਆ, ਕਿਉਂਕਿ ਸੁਰਤ ਤੇ ਹਰ ਵੇਲੇ ਮਨ ਦੀ ਫਿਰ ਗਿਆਨ ਤੇ ਰਹੀ। ਉਡੇ ਨਾ ਹੰਸ ਨਾ ਕੰਧ ਛੀਜੇ। ਬਾਬਾ ਨਾਨਕ ਕਹਿੰਦਾ ਤੇਰਾ ਮਨ ਨਹੀਂ ਉੱਡ ਉੱਡ ਬਾਹਰ ਜਾਊਗਾ, ਕੰਧ ਛੀਜੇ ਨਹੀਂ। ਤੇ ਉੱਡਣ ਕੀ ਹੈ? ਮਨ ਤੇ ਆ ਰਹੇ ਆ ਵੀ ਕਿੱਦਾਂ ਉੱਡਦਾ। ਦੇਖੋ ਤੁਸੀਂ ਰੋਜ਼ ਆਸਾ ਦੀ ਵਾਰ 'ਚ ਪੜ੍ਹਦੇ ਹੋ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੇਂ ਕਰਮੇ ਚੜਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਅੱਗੇ ਹੁਣ ਡੋਲਣ ਲੱਗਾ। ਕੋਲੂ ਉਹ ਵੀ ਪਾਉਂਦਾ, ਚਰਖਾ ਵੀ ਪਾਉਂਦਾ,
ਕੋਲੂ ਚਰਖਾ ਚੱਕੀ ਵੀ ਪਾਉਂਦੀ। ਕਹਿੰਦਾ ਏਦਾਂ ਤੇਰਾ ਮਨ ਪਾ ਦੇਖੋ, ਕੋਲੂ ਚਰਖਾ ਚੱਕੀ ਚੱਲ ਬਾਬਰੋਲੇ ਆ ਜਾਣਾ। ਬਾਬਰੋਲਾ ਹੁੰਦਾ ਬੋਦੀ ਵਾਲਾ, ਸਾਡੇ ਪਿੰਡਾਂ 'ਚ ਬਾਬਰੋਲਾ ਆਉਣਾ ਗਰਮੀਆਂ ਨੂੰ ਬੋਦੀਆਂ ਵਾਲਾ, ਮਾਰ ਕੱਟਾ ਤਾਂ ਤੱਕ ਉਹਦੀ ਬੋਦੀ ਬਣੀ ਹੋਣੀ। ਅਸੀਂ ਦੌੜ ਦੌੜ ਕੇ ਛਿੱਤਰ ਮਾਰਨੇ, ਸਾਨੂੰ ਕਹਿੰਦੇ ਦੱਸਿਆ ਵੀ ਛਿੱਤਰ ਮਾਰੋ ਬਾਬਰੋਲੇ ਤੇ ਪੈਸੇ ਡਿੱਗਦੇ। ਛੋਟੇ ਤੋ ਉਹਨੂੰ ਬਾਬਰੋਲਾ ਮਾਰੇ ਕਿਹਾ ਵੀ ਕੋਲੂ ਚਰਖਾ ਚੱਕੀ ਚੱਕ। ਚੱਕੀ ਆਉਂਦੀ, ਚੱਕ ਘੁਮਾੜ ਦਾ ਵੀ ਭਾਂਡਾ ਇੱਕ ਵਾਰੀ ਉਹ ਫੇਰ ਦਿੰਦਾ, ਉੱਥੇ ਫਿਰ ਭਾਂਡੇ ਬਣਾਉਂਦਾ। ਕੋਲੂ ਚਰਖਾ ਚੱਕੀ ਚੱਕ ਬਾਬਰੋਲੇ ਲਾਟੂ ਮਧਾਣੀਆਂ ਅਨਗਾ ਹਾਰਵੈਸਟਰ ਨਹੀਂ ਸੀ ਨਿਕਲੇ ਤੇ ਫੜੇ ਪਾਉਂਦੇ ਹੁੰਦੇ ਸੀ ਉਹ ਵੀ। ਕੋਲੂ ਚਰਖਾ ਚੱਕੀ ਚੱਕ ਵਾੜ ਬਰੋਲੇ ਬਹੁਤ ਆਨੰਦ, ਲਾਟੂ ਮਧਾਣੀਆਂ ਪੰਖੀ ਪਾਉਂਦੀਆਂ ਲੈਣ ਨਾ ਸਾਹ। ਕਹਿੰਦਾ ਇਹ ਮਾਲਕ ਨੇ ਕੀ ਕੀਤਾ, ਸੂਏ ਚੜ ਪਵਾਈਏ ਜੰਤ। ਸੂਏ ਦੇ ਚੜ ਕੇ ਮਾਰਾ ਦੇ ਤੇ ਐਨ ਧੰਦਿਆਂ ਭੋਰੇ ਨੇ ਸਾਰੇ, ਕਿਸੇ ਦਾ ਮਨ ਖੜਾ ਨਹੀਂ। ਸੂਏ ਚੜ ਪਵਾਈਏ ਜੰਤ, ਨਾਨਕ ਪਾਉਂਦੇ ਆ ਗੰਤ ਨਾ ਬੰਧਨ ਬੰਦ ਪਵਾਏ ਸੋਏ। ਬੰਧਨ ਪਾਏ ਸਾਰੇ। ਸਪਿਰਿਚੁਅਲਿਜ਼ਮ ਵੱਲ ਤੇ ਆਉਂਦਾ ਨਹੀਂ ਬੰਦਾ ਕਦੀ ਵੀ ਮੈਂ ਦੇਖ ਲਾ ਬੰਧਨ ਮਾਇਆ ਪਈ। ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਈ। ਫਿਰ ਨੱਚ ਨੱਚ ਹੱਸੇ ਔਰ ਮਨ ਇਹਨਾਂ ਦਾ ਚੱਲਦਾ ਰਹਿੰਦਾ। ਚਲੇ ਮਨ ਚਲਾਇਮਾਨ ਹੈ, ਇਸ ਕਰਕੇ ਦੁਖੀ ਨਹੀਂ ਸਾਰੇ। ਰੋਏ ਦਾ ਮਤਲਬ ਹੈ ਦੁਖੀ। ਸੂਏ ਚਾੜ ਪਵਾਈਏ ਜੰਤ, ਨਾਨਕ ਪਾਉਂਦਿਆਂ ਗਣਤ ਨਾਮ ਤੇ ਬੰਧਨ ਬੰਦ ਪਾਏ ਸੋਏ। ਪਿਆ ਕਿਰਤ ਨੱਚੇ ਸਭ ਕੋਏ, ਨੱਚਣ ਝਸੇ ਚਲੇ ਸੇ ਰੋਏ। ਉੱਡਣ ਜਾਹੀ, ਉੱਥੇ ਉੱਡਣਾ ਜਾਹੀ ਨਹੀਂ ਹੈ, ਮਨ ਤੇ ਉੱਡਦਾ। ਤੇਰਾ ਮਨ ਉੱਡਣ ਜਾਹੀ, ਤੇਰੀ ਅੰਦਰ ਸਿੱਧੀ ਕਿੱਥੋਂ ਹੋਣੀ? ਜਿਹਦਾ ਮਨ ਖੜਾ ਹੋ ਗਿਆ ਅੰਦਰ ਅੰਦਰ ਇਹ ਸਿੱਧਾ ਉੱਡਣ ਜਾਈ। ਮਨ ਤੇਰਾ ਉੱਡਣ ਤੇ ਰਹਿੰਦਾ। ਇਹਨਾਂ ਨਾ ਉੱਡ ਨਾ ਜਾਈ, ਕੋਈ ਸੋਚਦਾ ਹੀ ਨਹੀਂ ਬਾਣੀ ਵੀ ਕਦੀ ਇਹਨੂੰ ਵਿਚਾਰੀ ਵੀ ਕੀ ਉੱਡਣ ਜਾਈ। ਇਹਨੇ ਸਿੱਧ ਨਹੀਂ ਹੋਣਾ। ਨਹੀਂ ਜਿੰਨਾ ਤੂੰ ਨਾਮ ਜਪਦਾ ਔਰ ਸੁਣਦਾ, ਉਹਨੂੰ ਸੁਣਿਆ ਸਿੱਧ ਪੀਰ ਤੇਰੇ 'ਚ ਤੇ ਉਹ ਤਾਕਤ ਆ ਜਾਣੀਆਂ ਚਾਹੀਦੀ। ਪਰ ਤੇਰਾ ਮਨ ਉੱਡਦਾ, ਇਹਦਾ ਕੱਖ ਨਹੀਂ ਬਣਿਆ। ਉੱਡਣ ਜਾਈ ਸਿੱਧ ਨਾ ਹੋਏ। ਕਹਿੰਦੇ ਨੱਚਣ ਕੁੱਦਣ ਮਨ ਕਾ ਚਾਅ, ਇਹਦੇ ਸਾਲੇ ਦਾ ਸੁਭਾਅ ਹੈ। ਆਹ ਨਿਆਣਾ ਦੇਖ ਲਓ ਤੁਸੀਂ, ਨੱਚਣ ਕੁੱਦਣ ਮਨ ਕਾ ਚਾਅ। ਨਾਨਕ ਜੀ ਨੇ ਮਨ ਪਾਓ ਤੇ ਨਾ ਮਨੇ ਪਾਓ। ਪੌੜੀ ਆਈ ਨਾਉ ਤੇਰਾ ਨਿਰੰਕਾਰ ਹੈ। ਪੌੜੀ ਨਾ ਹੁਣ ਸਿੱਟਾ ਕਰਨਾ ਵੀ ਕੀ ਕਰਨਾ। ਨਾਉ ਤੇਰਾ ਨਿਰੰਕਾਰ ਹੈ, ਨਾਏ ਲਿਆ ਨਰਕੇ ਨਾ ਜਾਈਏ। ਜਿਉ ਪਿੰਡ ਸਭ ਕਿਸ ਦਾ, ਦਿਖਾਜੇ ਆਖ ਗਵਾਈਏ। ਜਿਉ ਪਿੰਡ ਉਹਦਾ ਹੈ, ਲੇਕਿਨ ਅਸੀਂ ਇਹਦੇ ਦਿਖਾਵੇ ਹਿਪੋਕ੍ਰੇਸੀ ਇੰਨੀ ਕਰਦੇ ਹਾਂ। ਦਿਖਾਜਾ ਆਖ ਗਵਾਈਏ, ਨਾਮ ਨੂੰ ਆਖ ਆ ਕੋਈ ਹਿਪੋਕ੍ਰੇਸੀ ਛੱਡ। ਬਾਹਰਲਾ ਦਿਖਾਵਾ ਦਿਖਾਜੇ ਕਹਿੰਦੇ ਆ, ਬਾਹਰਲੇ ਦਿਖਾਵੇ। ਅੰਦਰੋਂ ਕੁਝ ਹੋਣਾ ਨਾ, ਬਾਹਰੋਂ ਭਗਤ ਬਣ ਜਾਣਾ। ਦਿਖਾਜੇ ਇਹ ਕਿੱਦਾਂ ਗਵਾਚਣ? ਆਖ ਗਵਾਈਏ। ਨਾਉ ਤੇਰਾ ਨਿਰੰਕਾਰ ਹੈ ਨਾ ਲੈ, ਬਾਬੇ ਦੀ ਪੌੜੀ ਹੈ, ਬਾਬੇ ਦੀ ਸਲੋਕ ਹੈ ਪਹਿਲਾਂ। ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕੇ ਨਾ ਜਾਈਏ। ਜਿਉ ਪਿੰਡ ਸਭ ਤਿਸ ਦਾ, ਦਿਖਾਜੇ ਆਖ ਗਵਾਈਏ। ਕਹਿੰਦੇ ਜੇ ਤੂੰ ਆਪਣਾ ਜੇ ਲੋੜੇ ਚੰਗਾ ਆਪਣਾ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਬੰਦੇ ਦੇ ਪੁੱਤ ਬਣ। ਔਰ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਜਾਈਏ। ਭਗਤੀ ਕਰ ਪੁੰਨ ਵਾਲੀ ਹੈ ਸਾਰੀ, ਪਰ ਆਪਣੇ ਆਪ ਨੂੰ ਨੀਚ ਰੱਖੇ। ਦੁਨੀਆ 'ਚ ਨਾ ਜ਼ਾਰੋ ਕਰ ਪੁੰਨੋ ਨੀਚ ਸਜਾਈਏ। ਕਹਿੰਦੇ ਤੂੰ ਸ਼ੀਸ਼ੇ ਮੂਹਰੇ ਖੜਾ ਹੋ ਕੇ ਸਾਲਾ ਆਹ ਧੌਲਾ ਆ ਗਿਆ ਦਾੜੀ। ਜਰਵਾਣਾ ਉਹਨੂੰ ਕਿਹਾ, ਜੜ ਕਹਿੰਦੇ ਆ ਬੁਢਾਪੇ ਨੂੰ। ਉਹ ਲਿਆ ਮੋਚ ਨਾ ਰੱਖਿਆ ਹੁੰਦਾ ਫਿਰ ਕਈਆਂ ਨਾਲ। ਉਹ ਅਸੀਂ ਲੱਭੜੀ ਦਾ ਹਰ ਗੁਸਲਖਾਨੇ ਜਾ ਕੇ ਉਹ ਮੋਚ ਨਾ ਰੱਖ, ਆਹ ਸਾਰਾ ਦਾੜੀ ਕਿਸਾ ਵਾਲਾ ਹੈ। ਉਹ ਫਿਰ ਉਹਨੂੰ ਪੱਟਦਾ। ਤੀਸਰੇ ਚੌਥੇ ਦਿਨ ਉਭਰਾ ਜਾਂਦੇ ਆ, ਉਹ ਫਿਰ ਪੱਟੋ। ਉਹ ਬਾਬਾ ਨਾਨਕ ਕਹਿੰਦੇ ਕੀ ਕਰੇਗਾ ਪੁੱਤਰਾ ਜਦੋਂ ਸਾਰਾ ਸਰੀਰ ਤੇ ਹੀ ਧੌਲੇ ਆ ਗਏ, ਕਿੱਥੋਂ ਕਿੱਥੋਂ ਪੱਟੇਗਾ? ਬਾਬੇ ਦੀ ਬਾਣੀ ਹੈ ਜਿਹਨੂੰ ਗਾ ਜੇ ਜਰਵਾਣਾ ਪਰ ਹਰੇਕ ਪਰਾਂ ਹਟਾਉਣਾ ਤੂੰ ਬੁਢਾਪਾ। ਜੇ ਜਰਵਾਣਾ ਪਾਰੇ ਜਰ ਵੇਸ ਬੁਢਾਪੇ ਦਾ ਕੋ ਰਹੇ ਨਾ ਪਾਈਏ ਦਾ ਕੀ ਮਤਲਬ ਹੈ? ਆਹ ਦੇਖੋ ਹੁਣ ਤੁਹਾਨੂੰ ਇਸ ਕਰਕੇ ਮੈਂ ਤੁਹਾਨੂੰ ਗਿਆਨ ਦੇ ਬਾਬੇ ਦਾ ਕਿੱਡਾ ਉੱਚਾ ਗਿਆਨ।
ਕਹਿੰਦੇ ਜੇ ਜਰਵਾਣਾ ਪਰ ਹਰੇਕ ਧੌਲਾ ਹਟਾਉਣਾ, ਜਦੋਂ ਸਾਰੇ ਸਰੀਰ ਤੇ ਧੌਲੇ ਆ ਕੇ ਹੈ। ਕਿਉਂ ਤੂੰ ਆਰਾਮ ਨਾਲ ਜਿੱਦਾਂ ਆਇਆ ਆਰਾਮ ਨਾਲ ਮੌਜ ਕਰ ਤੂੰ ਕਦੀ ਉਹ ਦਾੜੀਆਂ ਅੱਜ ਕੱਲ੍ਹ ਸਾਡੇ ਵੀ ਸਾਰੇ ਉਹ ਰੰਗ ਦੇ, ਫਿਰ ਉਹ ਸਾਰੀ ਲਾਲ ਜੀ ਹੋ ਜਾਂਦੀ ਮੁਸਲਮਾਨਾਂ ਦੇ ਉਹ ਮੁੱਲਾਂ ਨੂੰ, ਉਹ ਫੇਰ ਕਰਦੇ ਇੰਨੇ ਸਿਆਪੇ ਨੂੰ ਕਰਦੇ ਹੋ। ਬਾਬਾ ਕਹਿੰਦਾ ਜਦੋਂ ਸਾਰੇ ਸਰੀਰ ਤੇ ਆ ਗਏ ਕਿਤੇ ਕਿਤੇ ਕਲ ਫਲਾਓਗੇ। ਜੇ ਜਰਵਾਣਾ ਪਰ ਹਰੇ ਜਰ ਵੇਸ, ਕਿ ਕਿੱਡਾ ਸੌਖਾ ਬਾਬਾ ਕਰ ਰਿਹਾ ਨਾ। ਜਰ ਵੇਸ ਕਰੇਂਦੀ ਆਈ ਬੜਾ ਸਾਰਾ ਬੁਢਾਪੇ ਦਾ ਹੀ ਦੇਸ ਹੋ ਜਾਣਾ, ਫਿਰ ਕੀ ਕਰੇ। ਜਰ ਵੇਸ ਕਰਾਂਦੀ ਆਈਏ ਕਹਿੰਦੇ ਜਿਹੜਾ ਟਾਈਮ ਮਾਰਨ ਦਾ ਹੈ ਨਾ, ਪਾਈ ਕਹਿੰਦੇ ਹੈ 2 ਵਾਰੀ ਲਫ਼ਜ਼ ਆਇਆ ਬਾਣੀ ਚ ਪਾਈ ਸਿਰ। ਪਾਈ ਕਹਿੰਦੇ ਆ ਪਾਣੀ ਦੀ ਘੜੀ ਨੂੰ, ਪਿੱਛੇ ਘੜੀਆਂ ਨਹੀਂ ਸੀ ਆ ਹੁੰਦੀਆਂ, ਪਿੱਛੇ ਇੱਕ ਬਾਲਟੀ ਚ ਫੜਕ ਪੱਠੇ ਦੇ ਘੰਟੇ ਘੰਟੇ ਬਾਅਦ ਕੌਲਾ ਪਾਉਣਾ ਜਾਂ ਸਾਰਾ, ਉਹ ਫਿਰ ਇੱਕ ਬਾਲਟੀ ਚ ਪਾਣੀ ਭਰ ਕੇ ਨਾ ਇੱਕ ਕੌਲੀ ਤਰਾ ਦਿੰਦੇ ਸੀ ਪਾਣੀ ਦੇ ਉੱਤੇ ਖਾਲੀ। ਪਰ ਕੌਲੀ ਤਰਾਉਣ ਤੋਂ ਪਹਿਲਾਂ ਉਹਦੇ ਸੈਂਟਰ ਚ ਮਾੜਾ ਜਿਹਾ ਮੇਖ ਨੇ ਛੇਕ ਮਾਰ ਦਿੰਦੇ ਸੀ ਵੀ ਥੱਲੇ ਪਾਣੀ ਆਉਂਦਾ। ਉਹ ਬੜੇ ਹਿਸਾਬ ਨਾਲ ਬਣਾਈ ਦਿੰਦੇ, ਕੌਲੀ ਤਰਾ ਦੇਣੀ, ਬਾਲਟੀ ਰੱਖ ਦੇਣੀ, ਲੈ ਵੀ ਜਦੋਂ ਕੌਲੀ ਡੁੱਬ ਜਾਏ ਉਸ ਵੇਲੇ ਕੋਲੇ 'ਚ ਪੱਠਾ ਪਾ ਦੇਣਾ, ਫਿਰ ਕੱਢ ਕੇ ਅਗਲੇ ਘੰਟੇ ਦੀ ਫੇਰ ਕਰ ਦੂੰਗੀ। ਇੱਦਾਂ ਘੰਟਾ ਹੁਣ ਇਹ ਪਾਈ ਉਹ ਲਫ਼ਜ਼ ਹੈ। ਤੇ ਉਹ ਕਹਿੰਦਾ ਜਰ ਵੇਸ ਕਰਿੰਦੀਆ ਕੋ ਰਹੇ ਨਾ ਭਰੀਏ, ਜਦੋਂ ਕੋਲੀ ਭਰ ਗਈ ਉਹਨੇ ਡੁੱਬ ਜਾਣਾ। ਇਸ ਕਰਕੇ ਤੇਰੇ ਸਵਾਲ ਜਦੋਂ ਕਹਿੰਦੇ ਕੋ ਰਹੇ ਨਾ ਭਰੀਏ ਪਾਈਏ, ਉਹਦਾ ਮੌਤ ਦਾ ਟਾਈਮ ਫਿਕਸ ਹੈ। ਉਹ ਜਦੋਂ ਪੂਰਾ ਹੋ ਗਿਆ ਕੋਲੀ ਡੁੱਬ ਜਾਣੀ ਹੈ। ਕੋ ਰਹੇ ਨਾ ਭਰੀਏ ਪਾਈ, ਹੁਣ ਪੋੜੀਏ ਪਾਈਏ ਪੂਰੀ ਜਾਂਦੇ ਸਾਰਾ ਸਾਰਾ ਸਵਾ ਮਿਲਣਾ ਕਿਸੇ ਨੂੰ ਜੇ ਬਾਬੇ ਤੇ ਗਿਆ ਨਹੀਂ ਨਾ। ਉਹ ਕਿੱਡੀ ਵੱਡੀ ਪੌੜੀ ਮੈਂ ਨੂੰ ਦਰਾਵਾਂਗਾ, ਔਰ ਹੁਣੇ ਗਿਆਨ ਸੁਣਿਓ ਫਿਰ ਤੁਹਾਨੂੰ ਪਤਾ ਲੱਗੂ ਵੀ ਬਾਬਾ ਕਿੱਡੀ ਵੱਡੀ ਚੀਜ਼। ਪਹਿਲਾ ਪੈਗੰਬਰ ਔਲੀਆ ਸਾਡਾ ਕਿੰਨਾ ਗਿਆਨ ਦੇ ਰਿਹਾ। ਲੇਟੈਸਟ ਹੈ ਦੁਨੀਆ 'ਚ, ਇਸ ਤੋਂ ਬਾਅਦ ਕੋਈ ਆਏ ਨਹੀਂ। ਔਰ ਸਾਰੀਆਂ ਕੌਮਾਂ ਨੂੰ ਇੱਕ ਇੱਕ ਲੱਗਾ, ਸਾਡੇ ਨੂੰ 10 ਲੱਗੇ, 10 ਆਏ ਹਨ ਉਸੇ ਟਾਈਪ ਦੇ। ਤਾਂ ਕੋ ਰਹੇ ਨਾ ਭਰੀਏ ਪਾਈਏ ਵੀ ਕੋਈ ਵੀ ਬੰਦਾ ਜਦੋਂ ਸਵਾਸਾਂ ਰੂਪੀ ਕੌਲੀ ਖਤਮ ਹੋ ਜਾਣੀ ਹੈ ਤੂੰ ਖਤਮ ਹੋ ਜਾਣਾ। ਇਸ ਕਰਕੇ ਆਪਣੇ ਮਨ ਨੂੰ ਸਾਂਭ, ਉੱਡਣ ਜਾਹੀ, ਇਹ ਉੱਡਦਾ ਬਾਹਰ ਜਾਂਦਾ ਸਾਰਾ, ਇਹਨੂੰ ਖੜਾ ਕਰਨਾ ਸਿੱਖ। ਔਰ ਤੂੰ ਰੱਬ ਦਾ ਨਾਂ ਤੇ ਗਾਉਂਦਾ ਨਹੀਂ ਹੈ, ਨਾ ਭਗਤੀ ਕਰਨਾ, ਤੂੰ ਗਾਵਨ ਗੋਪੀਆਂ ਪਿੱਛੇ ਰਾਮ ਕ੍ਰਿਸ਼ਨ ਦੀਆਂ ਲੀਲਾ, ਤੇ ਉਧਰ ਆ ਦੁਸਹਿਰੇ ਵਾਲੇ ਦਿਨ ਸਾਰੇ ਰਾਮ ਨੂੰ ਗਾਈ ਜਾਂਦੇ। ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ, ਕਹਿੰਦੇ ਸਾਰੇ ਬੰਦਿਆਂ ਨੂੰ ਗਾਈ ਜਾਂਦੇ ਆ, ਰੱਬ ਨੂੰ ਤੇ ਕੋਈ ਗਾਉਂਦਾ ਨਹੀਂ। ਅੱਗੇ ਕਹਿੰਦੇ ਇਹ ਕਿਹਨੂੰ ਗਾ ਰਹੇ? ਬਾਬੇ ਨਾਨਕ ਵੇਲੇ ਦੀ ਆਦਤ ਦੇਖੋ, ਉਸ ਵੇਲੇ ਸਿੱਖੀ ਬਣੀ ਵੀ ਨਹੀਂ ਸੀ। ਉਸ ਵੇਲੇ ਆਹ ਕੰਮ, ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ, ਰਾਜੇ ਰਾਮ। ਉਹ ਕਹਿੰਦੇ ਨਿਰਭਉ ਨਿਰੰਕਾਰ ਸੱਚ ਨਾਮ ਨੂੰ ਕੋਈ ਨਹੀਂ ਗਾਉਂਦਾ। ਕਹਿੰਦੇ ਨਿਰਭਉ ਨਿਰੰਕਾਰ ਸੱਚ ਨਾਮ। ਤਾਂ ਪੌੜੀ 'ਚ ਜਾ ਕੇ ਸਲੋਕਾਂ 'ਚ ਆਇਆ ਤੇ ਤਾਂ ਆਇਆ ਨਾ ਨਿਰੰਕਾਰ ਲਫ਼ਜ਼ ਹੈ। ਹੁਣ ਇੱਥੇ ਵੀ ਇਹੋ ਕਹਿਣਗੇ ਬਾਬਾ ਇਹਨਾਂ ਨੂੰ ਗਾਈ ਜਾਂਦੇ ਜਦੋਂ ਸਾਡੇ ਬਾਣੀ ਗਾਈ ਜਾਂਦੇ ਸਾਰੇ, ਨਾਮ ਤਾਂ ਕੋਈ ਜਪਦਾ ਨਹੀਂ। ਤੋ ਗਾਵਨ ਗੋਪੀਆਂ, ਗਾਵਨ ਕਾਨ, ਗਾਵਨ ਸੀਤਾ, ਰਾਜੇ ਪਾਉਣ, ਨਿਰਭਉ ਨਿਰੰਕਾਰ। ਉਹ ਨਹੀਂ ਪਾਉਂਦਾ, ਉਹਦਾ ਮਨ ਖੜਾ ਹੈ ਰੱਬ ਦਾ। ਨਿਰਭਉ ਨਿਰੰਕਾਰ ਆ, ਉਹਦਾ ਕਾਰ ਕੋਈ ਨਹੀਂ। ਨਿਰਭਉ ਨਿਰੰਕਾਰ ਕੌਣ ਆ? ਸੱਚ ਨਾਮ ਜਾ ਕਾ ਕੀਆ ਸਗਲ। ਉਹ ਜਿਹੜੇ ਸੇਵਕ ਹੈ ਭਗਤ, ਉਹਦੀ ਸੇਵਾ ਕਰਦੇ, ਸੇਵਕ ਸੇਵੇਂ, ਔਰ ਉਹਦੀ ਮਿਹਰ ਨਾਲ ਅੰਦਰ ਫਿਰ ਉਹਨਾਂ ਦਾ ਮਨ ਖੜੋ ਕੇ ਤੇ ਤਾਂ ਨਹੀਂ ਚੜ੍ਹਨਾ ਚੜ੍ਹਦਾ। ਜਦੋਂ ਮਨ ਖੜਾ ਹੋ ਜਾਂਦਾ, ਇੱਥੋਂ ਬਾਅਦ ਇਹਦੀ ਪੋਜੀਸ਼ਨ ਹੁੰਦੀ ਮਨ ਚੜ੍ਹਿਆ 10ਵੇਂ ਆਕਾਸ਼ ਜਿੱਥੇ ਊਂਘ ਨਾ ਭੁੱਖ। ਉਹ ਸਪਿਰਚੁਅਲ ਹਾਲਤਾਂ ਫਿਰ ਉਹਦੇ ਮਨ ਚੜ੍ਹਨਾ ਸ਼ੁਰੂ ਹੁੰਦਾ। ਤੋ ਮਨ ਜਿਹੜਾ ਹੈ ਉਹ ਕਹਿੰਦਾ ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵੇਂ, ਨਾਮ ਜਪੀ ਜਾਂਦੇ, ਉਹਦੀ ਸੇਵਾ ਕਰੀ ਜਾਂਦੇ। ਸੇਵਕ ਸੇਵੇਂ ਕਰਮੇ ਚੜਾਓ, ਮੈਂ ਉਹਦੀ ਕਿਰਪਾ ਦੇ ਨਾਲ ਚੜਾ ਹੁੰਦਾ ਅੰਦਰ। ਕਰਮੇ ਚੜਾਓ, ਫਿਰ ਇਹਨਾਂ ਦੀ ਸਾਰੀ ਜ਼ਿੰਦਗੀ ਹੀ ਭਿੱਜ ਜਾਂਦੀ ਹੈ। ਭਿੰਨੀ ਰਹਿਣ ਕਹਿੰਦੇ ਆ ਜ਼ਿੰਦਗੀ ਨੂੰ, ਸਾਰੀ ਜ਼ਿੰਦਗੀ ਭਿੰਨੀ ਰਹਿਣ। ਜਿਨ੍ਹਾਂ ਮਨ ਚਾਓ ਫਿਰ ਉਹ ਬੱਧੇ ਚੱਟੀ ਨਹੀਂ ਭਰਦੇ, ਉਹਨਾਂ ਨੂੰ ਇੰਨਾ ਲਾਲ ਹੁੰਦਾ ਵੀ ਜਪ ਚੜੀਏ ਨਾਮ, ਚਾਅ ਚ ਨਾਮ ਜਪਦੇ, ਕਿਉਂਕਿ ਉਹਨਾਂ ਨੂੰ ਅੰਦਰ ਮਿਲਦਾ। ਅਸੀਂ ਸਵਾਦ ਆਪਣਾ ਇਹ ਡਿੱਗਦੀਆਂ ਵੀ ਕਿਸੇ ਵੇਲੇ ਖਤਮ ਹੋਵੇ, ਕਿਤੇ ਫਾਇ ਲੱਗੇ।
ਪਰ ਉਹ ਹਾਲਤਾਂ ਐਸੀਆਂ ਵੀ ਪਿੰਨੀ ਰਹਿਣ ਜਿਨ੍ਹਾਂ ਮਨ ਚਾਓ ਸਿੱਖੀ ਸਿੱਖਿਆ ਆਪਣੇ ਗੁਰੂ ਨੂੰ ਵਿਚਾਰਿਆ। ਇਹ ਨਹੀਂ ਵੀ ਉਹਦੀਆਂ ਪਾਠ ਹੀ ਕਰੀ ਗਏ, ਮੱਥੇ ਟੇਕੀ ਗਏ ਤੇ ਉਹਦੇ ਗੁਰਦੁਆਰੇ ਬਣਾਉਂਦੇ ਗਏ ਗੁਰੂ ਦੇ। ਆਪਣੇ ਗੁਰੂ ਨੂੰ ਜਿਹੜਾ ਵਿਚਾਰਦਾ ਨਹੀਂ ਆ ਉਹਨੂੰ ਲੇਖਾ ਦੇਣਾ ਪਏਗਾ ਗਾਂ। ਇਹਨੂੰ ਗੋਪਣਾ ਕਹਿੰਦੇ ਗੁਰੂ ਨੇ। ਜਿਨ ਗੁਰ ਗੋਪਿਆ ਆਪਣਾ ਸੇ ਤਿਸ ਠੌਰ ਨਾ ਠਾਉ, ਹਾਲਤ ਪਲਤ ਦੋਵੇਂ ਗਏ ਦਰ ਗਏ ਨਾ ਹੀ ਥਾਂ। ਇਸ ਕਰਕੇ ਜਿਹੜਾ ਬੰਦੇ ਨੇ ਆਪਣਾ ਗੁਰੂ ਵਿਚਾਰ ਲਿਆ ਵੀ ਗੁਰੂ ਕੀ ਕਹਿੰਦਾ। ਸਾਡਾ ਗੁਰੂ ਪਹਿਲਾਂ ਹੈ ਹੀ ਵਿਚਾਰ। ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਮ ਬਵੇਕੋ। ਆਹ ਹੁਣ ਆਸਾ ਦੀ ਵਾਰ ਸਾਰੇ ਗਏ ਜਾਣ ਸਭ ਡਾਏ, ਕਿਸੇ ਨਾਲ ਵਿਵੇਕ ਕੀਤਾ। ਪਹਿਲਾ ਗੁਰੂ ਸਾਡਾ ਕੀ ਹੈ ਵੀ ਆਪਣੇ ਗੁਰੂ ਦਾ ਵਿਵੇਕ ਕਰੋ ਕੀ ਕਹਿੰਦਾ ਕੀ। ਇਸ ਕਰਕੇ ਜਾਂ ਕਾ ਨਾਮ ਵਿਵੇਕੋ ਅਸੀਂ ਵਿਚਾਰ ਕੀਤੀ ਹੈ। ਕਦੀ ਸੁਣੀ ਵੀ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੇਂ ਕਰਮੇ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਤੇ ਨਜ਼ਰੀ ਕਰਮ ਲੰਘਾਏ ਪਾਰ। ਉਹਦੀ ਫਿਰ ਨਜ਼ਰ ਵਿਚਾਰਨ ਵਾਲੇ ਤੇ ਹੋਊਗੀ। ਉੱਥੋਂ ਬਾਅਦ ਨਜ਼ਰੀ ਕਰਮ ਲੰਘਾਏ ਪਾਰ। ਅੱਗੇ ਫਿਰ ਮਨ ਆ ਗਿਆ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਨਸਾ ਸੂਏ ਚੜ ਪਵਾਈ ਗੰਤ ਨਾਨਕ ਪਾਉਂਦਿਆਂ ਗੰਤ ਨਾਮ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ ਨੱਚ ਨਾ ਝਸੇ ਚਲੇ ਸੇ ਰੋਏ ਉੱਡਣ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ। ਪਰ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ ਪੌੜੀ ਨਾਉ ਤੇਰਾ ਨਿਰੰਕਾਰ ਆ ਗਈ ਅਲਾ ਨਾਉ ਤੇਰਾ ਨਿਰੰਕਾਰ ਹੈ ਨਾ ਲਿਆ ਨਰਕੇ ਨਾ ਜਾਈਏ। ਜਿਉ ਪਿੰਡ ਸਭ ਕਿਸ ਦਾ ਦਿਖਾਜੇ ਭਗਤੀ ਦਾ ਦਿਖਾਵਾ ਨਾ ਕਰੀਏ। ਦਿਖਾਜੇ ਆਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈਏ। ਜੇ ਜਰਵਾਣਾ ਪਰ ਹਰੇ ਕਿਸੇ ਨੂੰ ਸੌਂਦੀ ਉਹਨੇ ਵੀ ਜਰਬਾ ਪੌੜੀ ਫੜੀ ਜਾਂਦੇ। ਉਹ ਤਬਲੇ ਵਾਲਾ ਦੁਬਾਰਾ ਖਾੜੀ ਕਰਕੇ ਤੇ ਉਹ ਫਿਰ ਪੌੜੀ ਪੜ੍ਹਦਾ। ਪੌੜੀ ਉਹ ਤਬਲੇ ਵਾਲੇ ਨੂੰ ਵਿਚਾਰੇ ਨੂੰ ਸੂਰਮਾ ਸੀ ਹੁੰਦਾ ਆਮ। ਉਹਨੂੰ ਸਾਜ਼ ਬੰਨਣ ਤੇ ਲਾਇਆ ਹੁੰਦਾ। ਉਹਨੂੰ ਰਾਗੀ ਆਪ ਬਾਹਾਂ ਮਾਰ ਕੇ ਜਾਂਦੇ। ਉਹਨੂੰ ਪੌੜੀ ਬਣ ਕੇ ਉਹ ਫਿਰ ਸਾਰੇ ਪੌੜੀਆਂ ਗਾ ਕੇ ਫਿਰ ਉਹ ਸੂਰਮਾ ਸਿੰਘ ਦੁਬਾਰਾ ਪੜ੍ਹਦਾ ਨਾਮ ਤੇਰਾ ਨਿਰੰਕਾਰ ਹੈ ਨਾਲੇ ਹੁਣ ਚਿਕਰੋ ਸਾਹ ਲੈ ਲੈਂਦੇ ਰਾਗੀ। ਕਿਉਂ ਸਾਰਾ ਉਹ ਕਿਸੇ ਨਾ ਮੈਂ ਦੱਸਿਆ ਨਾ ਵੀ ਸਾਡੇ ਸਾਡਾ ਬੰਦਾ ਹੈ ਕੋਨੇ ਆਪਣੇ ਜੋੜੀ ਵਾਲਾ ਕਿਤੇ ਪਹਿਲਾਂ ਚੜ ਗਿਆ ਉਹਨੂੰ ਦੂਸਰਾ ਜੋੜੀ ਵਾਲਾ ਸਿਲੈਕਟ ਕਰਨਾ ਸੀ। ਤੇ ਉਹ ਜੋੜੀ ਵਾਲੇ ਨੂੰ ਕਹਿੰਦੇ ਸੂਰਮਾ ਸਿੰਘ ਆ ਗਿਆ ਉਹਦੇ ਘਰ। ਕਹਿੰਦਾ ਜੀ ਕਹਿੰਦੇ ਹੁੰਦੇ ਸੀ ਪਿਆਰ ਨਾਲ ਪੁੱਛਿਆ ਸੂਰਮਾ ਸਿੰਘ ਜੀ ਤੁਸੀਂ ਪੌੜੀ ਯਾਦ ਆ ਤੁਹਾਨੂੰ ਦੁਬਾਰਾ ਪੜ੍ਹਨੀ ਪੈਣੀ ਆ। ਕਹਿੰਦਾ ਹੋਰ ਭੈਣ ਜਾਣ ਨੂੰ ਸੂਰਮਾ ਸਿੰਘ ਬਣੇ ਆ। ਉਹ ਕਹਿੰਦਾ ਮੈਂ ਤੇ ਬੇਕਾ ਕਹਿਤਾ ਸੀ ਉਹਨੇ ਕਿ ਹੋਰ ਭੈਣ ਜਾਣ ਨੂੰ ਬਣਿਆ ਸੀ ਪੌੜੀ। ਉਹ ਦੁਬਾਰਾ ਪੌੜੀ ਪੜ੍ਹਦੇ ਆ। ਪੌੜੀ ਦੇਖੋ ਜਿਹੜੀ ਹੁਣ ਸੁਣ ਨਾਮ ਤੇਰਾ ਨਿਰੰਕਾਰ ਹੈ ਨਾ ਲੈ ਉਹ ਕਿਉਂਕਿ ਸਾਰੀ ਅਸਰ ਦੀ ਵਾਰ ਗਾਈ ਜਾਣੀ ਉਹਨੂੰ ਤੇ ਅਸਰ ਤੇ ਕੁਛ ਹੋਣਾ ਨਹੀਂ। ਜਿੰਨਾ ਵੀ ਅਸੀਂ ਪਾਠ ਕਰਦੇ ਹਾਂ ਅਖੰਡ ਪਾਠ ਹੋ ਰਹੇ ਆ ਕਿਸੇ ਨਾਲ ਕਿਉਂਕਿ ਉਹ ਤੇ ਭੈ ਖਾਂਦੇ ਨਹੀਂ ਵੀ ਵਿੱਚ ਲਿਖਿਆ ਕੀ ਆ। ਉਹ ਤੇ ਕਹਿੰਦੇ ਇਹਦੇ ਨਹੀਂ ਸਾਰੇ ਕਲਾ ਹੋ ਜਾਣੀ ਸਾਡੇ ਸਾਰੇ ਕੰਮ ਇਹਦੇ ਨਹੀਂ ਸਵਾਰੇ ਜਾਣੇ। ਇਹ ਬਸ ਜਮਾਂ ਤੋਂ ਵੀ ਇਹਦੇ ਨਹੀਂ ਬਚ ਜਾਣਾ। ਉਹ ਹਾਲ ਹੁੰਦਾ ਕਬੂਤਰ ਨਾ ਐਡਾ ਭੋਲਾ ਜਾਨਵਰ ਹੈ। ਸਾਹਮਣੇ ਬਿੱਲੀ ਆਉਂਦੀ ਸੀ ਪਿੰਡੀ ਤੇ ਹੀ ਦੇਖਿਆ ਬਿੱਲੀ ਆ ਕਬੂਤਰ ਵਾਲ ਬਦਲੀ ਤੇ ਕਬੂਤਰ ਅੱਖਾਂ ਵਿੱਚ ਦਿੰਦਾ ਵੀ ਮੈਂ ਤੇ ਲੋਕ ਗਿਆ ਮੈਨੂੰ ਕਿੱਦਾਂ ਖਾ ਸਕਦੀ। ਉਦੋਂ ਪਤਾ ਲੱਗਦਾ ਜਦੋਂ ਬੁਰਕੀ ਚ ਪਾ ਕੇ ਉਹ ਲੈ ਐਡਾ ਭੋਲਾ ਜਾਨਵਰ ਅਸੀਂ ਖਾਸ ਦੇਖਦੇ ਹੁੰਦੇ ਸੀ। ਉਹ ਬਿੱਲੀ ਗਈ ਕਬੂਤਰ ਉਹ ਦੇਖ ਕੇ ਨਾ ਉਹਨੇ ਅੱਖਾਂ ਵਿੱਚ ਮੈਂ ਤੇ ਲੋਕ ਗਿਆ। ਏਦਾਂ ਅਸੀਂ ਕਹਿੰਦੇ ਅਸੀਂ ਪਾਠ ਕੀਤੇ ਇੰਨੇ ਸਾਰੇ ਸਾਨੂੰ ਕੀ ਮੈਂ ਪਰਵਾਹ ਉਹ ਕਿਸੇ ਨਾਲ ਨਹੀਂ ਬਚਣਾ ਜੇ ਤੱਕ ਨਾਮ ਨਹੀਂ ਜਪ ਤੋ ਨਾਮ ਤੇਰਾ ਨਿਰੰਕਾਰ ਹੈ ਨਾ ਲਿਆ ਨਰਕੇ ਨਾ ਜਾਈਏ। ਜਿਉ ਪਿੰਡ ਸਭ ਤਿਸ ਦਾ ਦਿਖਾਜੇ ਆਖ ਗਵਾਈਏ। ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀ ਸਦਾ ਆ ਗਈ ਹੈ ਸਾਡੇ ਮਤਲਬ ਦੀ। ਜੇ ਜਰ ਪਾਣਾ ਪਰ ਹਰੇ ਜਰ ਵੇਸ ਕਰਿੰਦੀ ਆਈਏ ਕੋ ਰਹੇ ਨਾ ਭਰੀਏ। ਹੁਣ ਭਾਈਏ ਦਾ ਲਫ਼ਜ਼ ਹੈ ਲਿਸ਼ਕੇਗਾ ਵੀ ਕੋਈ ਸਵਾਸੋਂ ਨੂੰ ਵੀ ਕੌਲੀ ਪੁੱਟ ਗਈ। ਅਸੀਂ ਕਦੀ ਵੀ ਇਹ ਟਾਈਮ ਟਲਣਾ ਨਹੀਂ ਹੈ। ਬੜੇ ਬੜੇ ਦੁਨੀਆ 'ਚ ਜਿਹੜਾ ਆਇਆ ਉਹਦਾ ਟਾਈਮ ਲਿਖਿਆ ਹੁੰਦਾ ਵੀ ਬਸ ਬਾਹਰ ਇਹ ਹੈ ਵੀ ਵੱਡਿਆਂ ਨੂੰ ਚਿੱਠੀਆਂ ਆਉਂਦੀਆਂ ਪਹਿਲਾਂ ਹੀ ਆਉਂਦੇ ਉਹਨਾਂ ਨੂੰ ਹਰਜਨ ਲੈਣ ਆਉਂਦੇ। ਸਾਡੇ ਵਰਗਿਆਂ ਨੂੰ ਜਮਦੂਤ ਲੈ ਜਾਂਦੇ ਆ। ਸਾਰੇ ਜਣਿਆਂ ਦਾ ਮਨ ਡੋਲਦਾ। ਅਤੇ ਉੱਥੋਂ ਸ਼ੁਰੂ ਕੀਤਾ ਸੀ ਵੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਸੀ
कहे फरीद सहेलियो शाह नूं उच्ची उच्ची लाओ, उच्ची उच्ची नाम जपो, सारी राम नामा उचरो मना। ਇਹੋ ਬਾਬਾ ਫਰੀਦ ਕਹਿੰਦਾ ਸਾਹ ਲਾਇਆ ਸੀ, ਉਹਦੇ ਨਾਲ ਜੰਮ ਪਰੇ ਹਟਣੇ ਆ, ਨਹੀਂ ਤੇ ਤੈਨੂੰ ਲੈ ਜਾਣੇ ਇਹਨਾਂ ਨੇ ਸਾਰਿਆਂ ਨੂੰ। ਇਸ ਕਰਕੇ ਮਨ ਡੋਲਦਾ, ਇਹਨੂੰ ਖੜਾ ਕਰਨਾ ਅਸੀਂ ਸਿੱਖਿਆ ਨਹੀਂ, ਔਰ ਇਹ ਪਾਉਂਦਾ ਸਾਰਾ ਕੁਝ ਜੋ ਪੌੜੀ 'ਚ ਲਿਖਿਆ। ਬੰਦਾ ਸਾਹ ਦੇਖਣ, ਇਹਨੂੰ ਕੋਈ ਪਰਵਾਹ ਨਹੀਂ ਹੈ ਵੀ ਬਾਣੀ ਕਹਿੰਦੀ ਕੀ ਹੈ, ਕਿੱਡੀ ਵੱਡੀ ਚੀਜ਼ ਹੈ। ਇਸ ਕਰਕੇ ਜਿਹੜਾ ਮਨ ਦਾ ਖੜਾ ਹੋਣਾ ਇਹ ਬੜਾ ਹੀ ਸੌਖਾ ਇਲਾਜ ਦੱਸਿਆ ਉਹ ਸ਼ਬਦ 'ਚ, ਕਾਹੇ ਮਨ ਤੂੰ ਡੋਲਦਾ। ਜਿਹੜਾ ਭਗਤ ਹੈ ਇਸ ਸ਼ਬਦ ਨੂੰ ਯਾਦ ਕਰਕੇ ਇਸੇ ਸਟੈਪ ਵਾਈਜ਼ 'ਤੇ ਉਹ ਫਿਰ ਚੱਲਦਾ ਹੈ। ਕਾਹੇ ਮਨ ਤੂੰ ਡੋਲਦਾ ਰੱਬ ਮਨਸਾ ਪੂਰਨਹਾਰ, ਬੜਾ ਦਿਆਲ ਹੈ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ, ਉਹਦਾ ਜੋੜਨਹਾਰਾ ਲਿੰਕ ਹੈ ਵਿੱਚ ਸਤਿਗੁਰ, ਉਹਨੂੰ ਧਿਆ। ਰੱਬ ਨਾਲ ਨਹੀਂ ਛਡਾਉਣਾ ਤੈਨੂੰ, ਪਹਿਲਾਂ ਉਹ ਹੈ ਜੋੜਨ ਵਾਲੀ ਸ਼ਕਤੀ ਅੰਦਰ, ਸਤਿਗੁਰੂ ਆਉਣਾ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ, ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ, ਕਹਿਣਾ ਤੈਨੂੰ ਤੇਰੀ ਜ਼ਿੰਦਗੀ ਦੇ ਦੁੱਖ ਕੱਟੇਗਾ। ਦੇਖੋ ਉੱਦਾਂ ਹੀ ਚੱਲਣੀ ਹੋਣੀ ਸਪਿਰਿਚੁਅਲ ਸਟੇਜਾਂ ਅੰਦਰ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ, ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨਹਾਰ। ਹਰ ਨਾਮਾ ਆਰਾਧ ਮਨੇ, ਮਨ ਤੱਕ ਜਾਏ ਇੰਨੀ ਮਿਹਨਤ ਕਰ, ਹਰ ਨਾਮਾ ਆਰਾਧ ਮਨੇ, ਫਿਰ ਤੇਰੇ ਜਨਮ ਦੇ ਕਿਹੜੇ ਕੋਈ ਵਿਕਾਰ ਕੱਟੇ ਜਾਣੇ, ਉੱਥੋਂ ਬਾਅਦ ਰੰਗ ਚੜ੍ਹਨਾ। ਕਹਿਣਾ ਨਹੀਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨਹਾਰ, ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨਹਾਰ। ਹਰ ਨਾਮਾ ਆਰਾਧ ਮਨੇ ਸਭ ਕਿਲ ਵਿਖ ਜਾਏ ਬਕਾਰ, ਜਿਨ ਕੋ ਫਿਰ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ। ਉਹਨੇ ਛੱਡਿਆ ਮਾਇਆ ਸਾਵੜਾ ਧਨ ਸੰਚਿਆ ਨਾਮ ਅਪਾਰ, ਅੱਠੇ ਪੈਰ ਰਿਖਤੇ ਲਵੇ ਮੰਨਣ ਹੁਕਮ ਅਪਾਰ। ਪਰ ਇੱਥੋਂ ਵੀ ਉਤਲੀ ਸਟੇਜ ਹੈ, ਜਨ ਨਾਨਕ ਮੰਗੇ ਦਾਨਕ ਦੇਹੋ ਦਰਸ ਮਨ। ਸਾਡਾ ਗੋਲ ਆ ਦਰਸ ਕਰਨੀ, ਪਰ ਰਾਹ 'ਚ ਇਸ ਤਰ੍ਹਾਂ ਚੱਲਣਾ ਤੇ ਡੋਲਣਾ ਹੈ। ਪਰ ਸਤਿਗੁਰ ਪੁਰਖ ਨੂੰ ਜੇ ਉਸ ਤਾਕਤ ਨੂੰ ਮੰਨ ਲਈਏ, ਸਤਿਗੁਰ ਪੁਰਖ ਤੇ ਆਏ ਤੂੰ। ਇਸ ਕਰਕੇ ਜਿਹੜੀ ਇਹ ਸਾਰੀ ਪੌੜੀ ਹੈ ਸਾਰੀ ਹੀ ਹੈ, ਉਹ ਮਨ ਅਸੀਂ ਖੜਾ ਕਰਨਾ ਸਿੱਖਦੇ ਨਹੀਂ ਤੇ ਸਾਰਾ ਕੁਛ ਵੱਧਦੇ। ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਭਗਤੀ ਦੇ ਵਿੱਚ ਮਨ ਲਾ ਕੇ ਹੋ ਜਾਂਦਾ ਹੈ, ਕਿਉਂਕਿ ਖੜਾ ਆਪ ਨਹੀਂ ਅਸੀਂ ਕਰਨਾ, ਜਪ ਕੇ ਖੜਾ ਹੋਣਾ। ਆਤੋ ਕਸ਼ੀਰ ਵੀ ਪੜ੍ਹ ਕੇ ਫਿਰ ਅਸੀਂ ਭੋਗ ਪੜਾਉਣੇ, ਕਾਹਦੇ ਨਾਲ ਮਨ ਖੜਾ ਹੋਣਾ। ਜਾਸ ਜਪਤ ਪਉ ਆਪਦਾ ਜਾਇ, ਤਾਵਤ ਮਨੁਆ ਆਵੈ ਠਾਇ। ਜਾਸ ਜਪਤ ਇਹੋ ਹਉਮੈ ਭਾਗੈ, ਜਾਸ ਜਪਤ ਫਿਰ ਦੁਖ ਨਾ ਲਾ। ਇਹ ਨਾਮ ਜਪਣਾ ਹੀ ਸਾਡੀ ਜਿਹੜੀ ਕੀਰਤਨ ਹੈ, ਐਸਾ ਕੀਰਤਨ ਕਰੇ ਮਨ ਮੇਰੇ, ਇਹਾਂ ਊਹਾਂ ਜੋ ਕਾਮੇ ਤੇਰੇ। ਉਹ ਕੋਈ ਕੀ ਹੈ, ਕਿਹਨੂੰ ਅਸੀਂ ਯਾਦ ਕਰ ਰਹੇ ਹਾਂ, ਅਸੀਂ ਕਿਹਦੇ ਫਾਲੋਅਰ ਹਾਂ। ਜਿਹੜਾ ਸੱਤੇ ਹੈ, ਸੱਚ ਹੈ, ਸੱਤੇ ਸਾਚ ਹਰੀ ਨਿਵਾਸ, ਆਦੇ ਪੁਰਖ ਸਦਾ ਤੂੰ ਹੀ। ਵਾਹਿਗੁਰੂ 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 ਵਾਹਿ ਜੀਓ, ਸਦਾ ਤੂੰ ਹੀ, ਸਦਾ ਤੂੰ ਹੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।